ਗੁਜਰਾਤ ਦੇ ਇੱਕ ਸ਼ਾਹ ਦੇ ਘਰ ਇੱਕ ਪੁੱਤਰ ਸੀ ਜੋ ਪੂਰੀ ਚੌਕਸੀ ਨਾਲ ਸੌਦਾ ਕਰਦਾ ਸੀ ਅਤੇ ਪੁੱਤਰ ਦਾ ਸਪੁੱਤਰ ਹੋ ਨਿਬੜਿਆ ਸੀ। ਪਿਓ ਦਾ ਸਪੁੱਤਰ ਹੋ ਨਿਬੜਿਆ ਸੀ। ਉਸ ਦਾ ਪਿਆਰ ਇੱਕ ਨਾਈ ਦੇ ਪੁੱਤਰ ਨਾਲ ਸੀ। ਸ਼ਕਲੋਂ ਦੋਵੇਂ ਇੱਕੋ ਜਿਹੇ ਸਨ। ਉਹਨਾਂ ਨੂੰ ਕੋਈ ਪਛਾਣ ਨਹੀਂ ਸਕਦਾ ਸੀ। ਚੌਪਈ। ਦੋ ਜਣੇ ਆ ਜੀ। ਹਾਂਜੀ। ਮੁੰਡੇ ਆ, ਏਦਾਂ ਇੱਕ ਰਾਜੇ ਦਾ ਮੁੰਡਾ ਆ, ਰਾਜੇ ਦੇ ਮੁੰਡੇ ਦਾ ਜਿਹੜਾ ਦੋਸਤ ਆ ਉਹ ਇੱਕ ਨਾਈ ਦਾ ਮੁੰਡਾ ਆ। ਦੋਨਾਂ ਦੀ ਸ਼ਕਲ ਮਿਲਦੀ ਆ ਵਧੀਆ, ਤੇ ਦੋਨਾਂ ਦੀ ਯਾਰੀ ਦੋਸਤੀ ਆ ਜਿਹੜੀ ਪੱਕੀ ਆ ਉਹ ਏਦਾਂ। ਹਾਂਜੀ। ਚੌਪਈ। ਸ਼ਾਹ ਦਾ ਪੁੱਤਰ ਸਹੁਰੇ ਘਰ ਨੂੰ ਚਲਿਆ ਗਿਆ, ਆਪਣੇ ਨਾਲ ਨਾਈ ਦੇ ਪੁੱਤਰ ਨੂੰ ਲੈ ਗਿਆ। ਇੱਥੋਂ ਹੀ ਸਮਝ ਚੁੱਕੀ ਹੋਊਗਾ। ਜਦੋਂ ਦੋਵੇਂ ਸੰਘਣੇ ਬਣ ਵਿੱਚ ਗਏ ਤਾਂ ਉਸ ਨਾਲ ਨਾਈ ਦੇ ਪੁੱਤਰ ਨੇ ਬੋਲ ਸਾਂਝੇ ਕੀਤੇ। ਨਾਈ ਦੇ ਪੁੱਤਰ ਨੇ ਕਿਹਾ, ਹੇ ਸ਼ਾਹ ਦੇ ਪੁੱਤਰ, ਮੇਰੀ ਇੱਕ ਗੱਲ ਸੁਣੋ। ਮੈਂ ਤਦ ਹੀ ਤੁਹਾਨੂੰ ਆਪਣਾ ਮਿੱਤਰ ਮੰਨਾਂਗਾ ਜੇ ਹੁਣੇ ਮੇਰਾ ਕਿਹਾ ਮੰਨੋ। ਦੋਹਰਾ। ਆਪਣਾ ਘੋੜਾ ਅਤੇ ਸਾਰੇ ਬਸਤਰ ਥੋੜੀ ਦੇਰ ਲਈ ਮੈਨੂੰ ਦੇ ਦਿਓ ਅਤੇ ਇਹ ਗਠੜੀ ਤੁਸੀਂ ਲੈ ਲਓ ਅਤੇ ਲੈ ਕੇ ਮੇਰੇ ਅੱਗੇ ਚੱਲੋ। ਹੁਣ ਉਹ ਨਾਈ ਦਾ ਮੁੰਡਾ ਸ਼ਾਹ ਦੇ ਰਾਜੇ ਦੇ ਮੁੰਡੇ ਨੂੰ ਕਹਿੰਦਾ ਵੀ ਆਪਣੀ ਦੋਸਤੀ ਤਾਂ ਆ ਕਿ ਤੇਰੇ ਕੱਪੜੇ ਮੈਨੂੰ ਦੇ ਦੇ, ਤੇ ਯਾਨੀ ਕਿ ਅਸਲ ਦੇ ਵਿੱਚ ਵੀ ਤੂੰ ਨਾਈ ਦਾ ਮੁੰਡਾ ਬਣ ਜਾ ਤੇ ਮੈਂ ਰਾਜੇ ਦਾ ਮੁੰਡਾ ਬਣਨਾ, ਵੀ ਤੂੰ ਗਠੜੀ ਲੈ ਕੇ ਅੱਗੇ ਤੁਰ ਪਾ ਏਦਾਂ, ਤੇ ਮੈਨੂੰ ਕੱਪੜੇ ਦੇ ਦੇ ਵੀ ਮੈਂ ਘੋੜੇ ਤੇ ਬਹਿ ਕੇ ਏਦਾਂ ਤੁਰਨਾ। ਹਾਂਜੀ। ਇੱਥੋਂ ਤੱਕ ਜਿਹੜੀ ਕਹਾਣੀ ਇੱਥੋਂ ਤੱਕ ਪਹੁੰਚ ਗਈ ਹੈ। ਚੌਪਈ। ਸ਼ਾਹ ਦੇ ਪੁੱਤਰ ਨੇ ਉਸੇ ਤਰ੍ਹਾਂ ਕੀਤਾ। ਉਸ ਦੀ ਗਠੜੀ ਆਪਣੇ ਸਿਰ ਉੱਤੇ ਧਰ ਲਈ, ਉਸ ਨੂੰ ਆਪਣੇ ਘੋੜੇ ਉੱਤੇ ਚੜਾ ਲਿਆ ਅਤੇ ਬਸਤਰ ਉਸ ਨੂੰ ਪਵਾ ਦਿੱਤੇ। ਨਾਈ ਦੇ ਪੁੱਤਰ ਨੇ ਉਸ ਦਾ ਭੇਸ ਬਣਾ ਲਿਆ ਅਤੇ ਗਠੜੀ ਦੇ ਕੇ ਸ਼ਾਹ ਦੇ ਪੁੱਤਰ ਨੂੰ ਚਲਾ ਦਿੱਤਾ। ਉਸ ਦਾ ਚਿੱਤ ਬਹੁਤ ਖੁਸ਼ ਸੀ, ਪਰ ਸ਼ਾਹ ਦਾ ਪੁੱਤਰ ਕੁਝ ਵੀ ਭੇਦ ਨਾ ਸਮਝ ਸਕਿਆ। ਦੋਹਰਾ। ਹਾਂਜੀ। ਹੁਣ ਇੱਥੋਂ ਤੱਕ ਆ ਵੀ ਰਾਜੇ ਦਾ ਮੁੰਡਾ ਜਿਹੜਾ ਏਦਾਂ ਉਹ ਨਾਈ ਦਾ ਮੁੰਡਾ ਬਣ ਗਿਆ, ਤੇ ਨਾਈ ਦਾ ਮੁੰਡਾ ਜਿਹੜਾ ਉਹ ਰਾਜੇ ਦਾ ਮੁੰਡਾ ਬਣ ਗਿਆ। ਘੋੜੀ ਦੇ ਉੱਤੇ ਬੈਠ ਗਿਆ, ਤੇ ਰਾਜੇ ਦੇ ਉਹਨੂੰ ਇਹਦਾ ਕੋਈ ਸਮਝ ਨਹੀਂ ਆਈ ਗੱਲ ਦੀ। ਉਹ ਕਹਿੰਦੇ ਵੀ ਉਹਨੂੰ ਕੋਈ ਭੇਤ ਨਹੀਂ ਸਮਝ ਆਈ ਵੀ ਅਸਲ ਦੇ ਵਿੱਚ ਮਤਲਬ ਏਦਾਂ ਯਾਰੀ ਦੋਸਤੀ ਹੋਈ ਆ। ਉਹਨੇ ਮਿਹਣਾ ਮਾਰਿਆ, ਉਹਨੇ ਤਾਂ ਕਹਿਤਾ ਯਾਰ ਵੀ ਯਾਰੀ ਦੋਸਤੀ ਆ ਆਪਣੀ, ਤੂੰ ਬਣ ਜਾ ਮੇਰੀ ਥਾਂ ਦੇ, ਤਾਂ ਉਹ ਬਣ ਗਿਆ ਆ। ਪਰ ਇਦੋਂ ਅੱਗੇ ਚਰਿੱਤਰ ਨੂੰ ਸੁਣਿਓ ਇਹਦੇ ਵਿੱਚ। ਮਤਲਬ ਗੱਲ ਨਾ ਜਿਹੜੀ ਮੇਨ ਅਸੀਂ ਇੱਥੇ ਕਹਾਣੀ ਸੁਣਾਉਣ ਦਾ, ਕਹਾਣੀ ਦੇ ਵਿੱਚ ਕੱਖ ਨਹੀਂ ਹੈਗਾ ਏਦਾਂ, ਪਰ ਅਸੀਂ ਇਸ ਨੂੰ ਜੋੜ ਕੇ ਦੇਖਣਾ ਵੀ ਗੁਰੂ ਗੋਬਿੰਦ ਸਿੰਘ ਸਾਨੂੰ ਕਹਿ ਰਿਹਾ ਇਹ ਗੱਲ। ਗੁਰੂ ਗੋਬਿੰਦ ਸਿੰਘ ਆ ਕਹਾਣੀ ਲਿਖ ਕੇ ਗਏ ਆ ਵੀ ਮੇਰੇ ਸਿੱਖਾਂ ਨੂੰ ਸਮਝ ਆ ਜਾਵੇ ਇਹਦਾ। ਹੁਣ ਨਾ ਚਲੋ ਇਹਦੇ ਨਾਲ ਜਿਹੜੇ ਤਰੀਕੇ ਮਤਲਬ ਠੀਕ ਆ ਯਾਰ, ਤੁਸੀਂ ਕਿਸੇ ਦੇ ਧੋਖੇ ਦੀ ਕਹਾਣੀ ਦੱਸਣੀ ਆ, ਮਤਲਬ ਆਹ ਮੁੰਡਾ ਆ, ਅਸੀਂ ਇਹ ਕਹਿ ਲਈਏ ਵੀ ਜਿੱਦਾਂ ਹੁਣ ਅੱਗੇ ਜਾ ਕੇ ਕਹਾਣੀ ਜਿੱਦਾਂ ਵੀ ਬਣਨੀ ਆ ਵੀ ਜਿਹੜਾ ਨਾਈ ਦਾ ਮੁੰਡਾ ਆ ਵੀ ਇਹ ਰਾਜੇ ਦਾ ਮੁੰਡਾ ਬਣ ਗਿਆ ਆ, ਵੀ ਹੋ ਸਕਦਾ ਜਿਹਦੇ ਨਾਲ ਗਾਂ ਇਹਦੇ ਰਾਜੇ ਦੇ ਮੁੰਡੇ ਦਾ ਵਿਆਹ ਹੋਣਾ ਸੀਗਾ, ਕੁੜੀ ਚੰਗੀ ਲੱਗਦੀ ਸੀਗੀ ਤਾਂ ਕਰਕੇ ਇਹ ਬਣ ਗਿਆ। ਇੰਨਾ ਵੀ ਕਹਿ ਕੇ ਏਦਾਂ ਵੀ ਦੇਖ ਲਾ ਮੁੰਡੇ ਨੇ ਧੋਖਾ ਦਿੱਤਾ ਵੀ ਏਦਾਂ ਮਤਲਬ ਏਦਾਂ ਵੀ ਕਹਾਣੀ ਨੂੰ ਸੁਣਾਇਆ ਜਾ ਸਕਦਾ। ਪਰ ਇਹਨੇ ਨਾ ਜਦੋਂ ਇਹਨੇ ਮਤਲਬ ਇਹ ਤਾਂ ਅਸੀਂ ਤਾਂ ਕਹਿੰਦੇ ਆ ਵੀ ਕਿਸੇ ਰਾਮ ਸ਼ਿਆਮ ਦੀ ਲਿਖੀ ਆ, ਪਰ ਇਹ ਜਦੋਂ ਗੁਰੂ ਗੋਬਿੰਦ ਸਿੰਘ ਇਹਨਾਂ ਦੇ ਕਹਿਣ ਮੁਤਾਬਕ ਵੀ ਗੁਰੂ ਗੋਬਿੰਦ ਸਿੰਘ ਐਕਸਪਲੇਨ ਕਿੱਦਾਂ ਕਰਦੇ ਆ ਉਸ ਧੋਖੇ ਨੂੰ ਏਦਾਂ ਵੀ ਨਾਈ ਦੇ ਮੁੰਡੇ ਨੇ ਧੋਖਾ ਕਿੱਦਾਂ ਦਿੱਤਾ ਆ, ਉਹ ਸੁਣਿਓ ਅੱਗੇ ਜਾ ਕੇ ਏਦਾਂ। ਤੇ ਉਦੋਂ ਮੁੜ ਕੇ ਰਾਜੇ ਦੇ ਮੁੰਡੇ ਨੇ ਉਸ ਧੋਖੇ ਦਾ ਬਦਲਾ ਜਦੋਂ ਲੈਣਾ ਆ ਉਹ ਵੀ ਸੁਣਿਓ ਵੀ ਉਹ ਕਿੱਦਾਂ ਲੈਣਾ ਇਹਨੇ। ਹਾਂਜੀ। ਦੋਹਰਾ। ਤੁਰਦੇ ਤੁਰਦੇ ਉਹ ਸਹੁਰੇ ਪਿੰਡ ਆ ਪਹੁੰਚੇ, ਪਰ ਉਸ ਨੇ ਉਤਰ ਕੇ ਘੋੜੇ ਉੱਤੇ ਸ਼ਾਹ ਦੇ ਪੁੱਤਰ ਨੂੰ ਨਾ ਚੜਾਇਆ। ਅੱਛਾ ਜੀ। ਸ਼ਾਹ ਦਾ ਪੁੱਤਰ ਉਸ ਨੂੰ ਕਹਿੰਦਾ ਰਿਹਾ, ਪਰ ਉਸ ਨੇ ਘੋੜੇ ਉੱਤੇ ਨਾ ਚੜਾਇਆ। ਉਸ ਧਣੀ ਨੂੰ ਸ਼ਾਹ ਦਾ ਪੁੱਤਰ ਸਮਝ ਕੇ ਸਭ ਮਿਲਣ ਲਈ ਆਏ। ਚੌਪਈ। ਹੁਣ ਉਹ ਨਾਈ ਦਾ ਮੁੰਡਾ ਸੀਗਾ, ਉਹ ਸਹੁਰੇ ਘਰ ਪਹੁੰਚ ਗਿਆ ਏਦਾਂ, ਤੇ ਉਹ ਨਾਈ ਦੇ ਮੁੰਡੇ ਨੂੰ ਰਾਜੇ ਦਾ ਮੁੰਡਾ ਸਮਝ ਕੇ ਏਦਾਂ ਸਾਰੇ ਮਿਲਣ ਆ ਰਹੇ ਆ, ਤੇ ਜਿਹੜਾ ਦੂਜਾ ਅਸਲ ਦੇ ਵਿੱਚ ਰਾਜੇ ਦਾ ਮੁੰਡਾ ਆ ਉਹ ਏਦਾਂ ਬਾਹਰ ਨਾਈਆਂ ਜਿੱਦਾਂ ਹੁੰਦਾ ਹੀ ਆ, ਪਹਿਲਾਂ ਬਕਲਾਵਾ ਲੈਣ ਵੀ ਆਪਣੇ ਕਹਿੰਦੇ ਨਾਈ ਨਾਲ ਜਾਂਦਾ ਸੀ, ਤੇ ਉਹਨੂੰ ਕਹਿੰਦੇ ਤੁਸੀਂ ਤੇਰਾ ਭਾਈ ਬਾਹਰ ਕਮਰਾ ਆ, ਲਾਗੀ ਕਹਿ ਦਿੰਦੇ ਆ, ਲਾਗੀ ਕਹਿ ਲੋ ਜਾਂ ਕੁਛ ਵੀ ਉਹ ਬਾਕੀ ਜਿਹੜਾ ਜਵਾਈ ਆ ਉਹਨੂੰ ਭਾਈ ਅਸੀਂ ਅੰਦਰ ਲੈ ਕੇ ਜਾਣਾ ਏਦਾਂ। ਹੁਣ ਉਸ ਤਰੀਕੇ ਦੇ ਨਾਲ ਨਾਈ ਦੀ ਮੁੰਡੇ ਦੀ ਸੇਵਾ ਹੋ ਰਹੀ ਆ, ਤੇ ਰਾਜੇ ਦਾ ਮੁੰਡਾ ਵੈਸੇ ਨਾ ਜਦੋਂ ਆਹ ਕਹਾਣੀ ਵੀ ਏਦਾਂ ਤੁਸੀਂ ਏਦਾਂ ਕਹਿਣ ਲੱਗ ਜਾਣਾ ਵੀ ਕਿੱਦਾਂ ਦੇ ਬੰਦਿਆਂ ਦੇ ਨਾਲ ਰਹਿ ਕੇ ਆਇਆ ਹੋਣਾ ਇਹ, ਆਹ ਕਹਾਣੀ ਵੀ ਏਦਾਂ ਮੈਂ ਪਿੰਡ ਦੇ ਵਿੱਚ ਸੁਣੀ ਹੋਈ ਹੈ ਏਦਾਂ। ਠੀਕ ਹੈ ਜੀ। ਵੀ ਜਦੋਂ ਨਾ ਤੁਸੀਂ ਏਦਾਂ ਮਤਲਬ ਉਹ ਥੋੜੀਆਂ ਵੱਖਰੀਆਂ ਹੁੰਦੀਆਂ ਕਹਾਣੀਆਂ ਏਦਾਂ, ਜਿੱਦਾਂ ਹੁਣ ਪਿਛਲੀ ਕਹਾਣੀ ਦੇ ਵਿੱਚ ਉਹ ਮੁੰਡਾ ਜਦੋਂ ਮੈਨੂੰ ਉਹਨੇ ਸੁਣਾਈ ਇੱਥੇ ਮਹਿੰਦੀ ਦਾ ਜ਼ਿਕਰ ਆ, ਪਰ ਉਹ ਕਹਿੰਦਾ ਸੀ ਉਹਦੇ ਆਟੇ ਨਾਲ ਹੱਥ ਲਿਬੜੇ ਹੋਏ ਸੀ। ਏਦਾਂ ਜਦੋਂ ਆਹ ਕਹਾਣੀ ਵੀ ਨਾ ਏਦਾਂ ਸੁਣਾਉਂਦੇ ਵੀ ਸ਼ਿਵ ਤੋਂ ਕਿਸੇ ਨੇ ਏਦਾਂ ਵਰ ਲਿਆ ਏਦਾਂ, ਉਹ ਸ਼ਿਵ ਨੇ ਉਹਨੇ ਆਹ ਵਰ ਦਿੱਤਾ ਤੇ ਉਹਨੇ ਮੁੜ ਕੇ ਏਦਾਂ ਕਰਤਾ ਏਦਾਂ, ਉਹ ਵੱਖਰੇ ਰੂਪ ਦੇ ਵਿੱਚ ਕਹਾਣੀਆਂ ਬਹੁਤ ਚੱਲਦੀਆਂ ਪਿੰਡਾਂ ਦੇ ਵਿੱਚ।
ਆਮ ਮੁੰਡਿਆਂ ਦੇ ਵਿੱਚ ਇਹ ਗੱਲਾਂ ਆਮ ਚੱਲਦੀਆਂ ਉੱਥੇ ਵੀ ਆਹ ਕਹਾਣੀਆਂ, ਜਦੋਂ ਅਸਲ ਦੇ ਵਿੱਚ ਪਤਾ ਲੱਗਦਾ ਵੀ ਇਹਨਾਂ ਦਾ ਬੇਸ ਤਾਂ ਗੁਰੂ ਆਪਣਾ 10ਵੇਂ ਗ੍ਰੰਥ ਆ, ਕਿ ਸਾਡੇ ਗੁਰੂ ਤੋਂ ਬਣੀਆਂ ਹੋਈਆਂ ਕਹਾਣੀਆਂ ਆ, ਸਾਡੇ ਗੁਰੂ ਦੇ ਮੂੰਹੋਂ ਲਿਖਵਾਈਆਂ ਹੋਈਆਂ ਕਹਾਣੀਆਂ ਇਹ, ਜਿਨ੍ਹਾਂ ਨੂੰ ਇਹ ਬੰਦੇ ਮੰਨਦੇ ਆ। ਇਹ ਬੰਦੇ ਇਹ ਟਕਸਾਲੀ ਤਾਂ ਮੰਨਦੇ ਹੀ ਆ, ਪਰ ਜਾਗਰੂਕ ਅਸੀਂ ਤਾਂ ਏਦਾਂ ਹੀ ਕਵਾਂਗੇ ਵੀ ਪੰਥਪ੍ਰੀਤ ਹੋਣੀ ਵੀ, ਮਾਝੀ ਢਪਾਲੀ ਵੀ, ਧੁੰਦੇ ਵਰਗੇ ਵੀ, ਇਹ ਸਾਰੇ ਏਦਾਂ ਮੰਨਦੇ ਹੀ ਆ, ਕਿਉਂਕਿ ਬੋਲ ਨਹੀਂ ਰਹੇ ਇਹ ਕੁਛ। ਇਹ ਜੇ ਵਾਕਈ ਗੁਰੂ ਦਾ ਦਰਦ ਰੱਖਦੇ ਹੋਣ ਤਾਂ ਇਹਨਾਂ ਕਹਾਣੀਆਂ ਬਾਰੇ ਬੋਲਣ ਇਹ ਬੰਦੇ, ਦੱਸਣ ਲੋਕਾਂ ਨੂੰ ਏਦਾਂ ਵੀ ਨਹੀਂ ਭਾਈ ਇਹਨਾਂ ਕਹਾਣੀਆਂ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈਗਾ। ਹਾਂਜੀ। ਚੌਪਈ, ਸ਼ਾਹ ਦੇ ਪੁੱਤਰ ਨੂੰ ਨਾਈ ਦਾ ਅਤੇ ਨਾਈ ਦੇ ਪੁੱਤਰ ਨੂੰ ਸ਼ਾਹ ਦਾ ਪੁੱਤਰ ਕਰਕੇ ਸਭ ਨੇ ਪਛਾਣਿਆ। ਉਹ ਸ਼ਾਹ ਦਾ ਪੁੱਤਰ ਮਨ ਵਿੱਚ ਬਹੁਤ ਸ਼ਰਮਿੰਦਾ ਹੋਇਆ, ਪਰ ਉਸ ਪ੍ਰਤੀ ਉਸਨੇ ਕੋਈ ਬਚਨ ਨਾ ਕਿਹਾ। ਦੋਹਰਾ, ਨਾਈ ਦੇ ਪੁੱਤਰ ਨੂੰ ਸ਼ਾਹ ਦੇ ਪੁੱਤਰ ਦੀ ਪਤਨੀ ਮਿਲਾ ਦਿੱਤੀ ਅਤੇ ਸ਼ਾਹ ਦੇ ਪੁੱਤਰ ਨੂੰ ਇਸ ਤਰ੍ਹਾਂ ਕਿਹਾ ਕਿ ਉਹ ਦਰਵਾਜ਼ੇ ਉੱਤੇ ਜਾ ਬੈਠੇ। ਚੌਪਈ, ਤਦ ਨਾਈ ਦੇ ਪੁੱਤਰ ਨੇ ਇਸ ਤਰ੍ਹਾਂ ਕਿਹਾ, ਇਸ ਨੂੰ ਕਹੋ ਕਿ ਮੇਰਾ ਇਹ ਕੰਮ ਕਰੇ, ਇਸ ਨੂੰ ਬਹੁਤ ਸਾਰੀਆਂ ਬੱਕਰੀਆਂ ਚਰਾਉਣ ਲਈ ਦਿਓ, ਦਿਨ ਨੂੰ ਚਰਾ ਕੇ ਰਾਤ ਨੂੰ ਘਰ ਆ ਜਾਵੇ। ਦੋਹਰਾ, ਹੁਣ ਨਾਈ ਦੇ ਮੁੰਡੇ ਦਾ ਯਾਰੀ ਦੋਸਤੀ ਦੇ ਵਿੱਚ ਇਹ ਬੰਦੇ ਮਤਲਬ ਅਸਲ ਦੇ ਵਿੱਚ ਨਾ ਜਦੋਂ ਇਦਾਂ ਦੀਆਂ ਕਹਾਣੀਆਂ ਸੁਣਾਉਣੀਆਂ ਵੀ ਆ, ਮਤਲਬ ਤੁਸੀਂ ਸਿੱਖਿਆ ਕੀ ਦੇ ਰਹੇ ਇਦਾਂ। ਹੁਣ ਆਪਾਂ ਜਿਹੜੀ ਪਹਿਲਾਂ ਵੀ ਗੱਲ ਕਰਦੇ ਨਾ, ਜਿੱਦਾਂ ਜ਼ਹਿਰ ਲੈ ਕੇ ਬੈਠਾ ਸੀ, ਨਾਈ ਦਾ ਮੁੰਡਾ ਜ਼ਹਿਰ ਲੈ ਕੇ ਬੈਠਾ ਸੀ। ਹੁਣ ਉਹ ਕਹਿੰਦਾ ਵੀ ਤੁਸੀਂ ਜਾਓ ਬਾਹਰ, ਇੱਥੇ ਬੈਠਾ ਨਹੀਂ ਰੱਖੋ ਇਹਨੂੰ, ਬਾਹਰ ਬੱਕਰੀਆਂ ਚਰਾਉਣ ਭੇਜੋ ਇਹਦਾ, ਵੀ ਹੈ ਰਾਜੇ ਦਾ ਮੁੰਡਾ। ਹੁਣ ਮਤਲਬ ਇਹਦੇ ਨਾਲ ਵੀ ਯਾਰ ਤੁਸੀਂ ਕੱਲ ਨੂੰ ਨਾ ਜੇ ਆਹ ਕਹਾਣੀਆਂ ਇਹਨਾਂ ਦੀ ਨਾ, ਮਤਲਬ ਤੁਸੀਂ ਤਾਂ ਗੁਰਪ੍ਰੀਤ ਕੈਲੀਫੋਰਨੀਆ ਵਾਲੇ ਦੀ ਇਹ ਸਾਰਾ ਜਿਹੜਾ ਸਿਨਾਰੀਓ ਹੋ ਰਿਹਾ ਹੁਣ, ਉਹਦੇ ਵਿੱਚ ਵੀ ਤੁਸੀਂ ਦੇਖਿਓ ਏਦਾਂ ਇੱਕ ਦੂਜੇ ਜਿਹੜਾ ਮਿਹਨਤ ਦਾ ਲੈਵਲ ਇਹਨਾਂ ਦਾ ਵੱਜ ਰਿਹਾ ਹੈ ਨਾ ਏਦਾਂ, ਵੀ ਜਿਹੜੇ ਘਟੀਆ ਲੈਵਲ ਤੇ ਆ ਕੇ ਬੰਦੇ ਇੱਕ ਦੂਜੇ ਨੂੰ ਕਹਿ ਰਹੇ ਆ, ਉੱਥੋਂ ਤੁਹਾਨੂੰ ਸਾਫ਼ ਪਤਾ ਲੱਗ ਜਾਂਦਾ ਵਾਕਿਆ ਹੀ ਇਹਨਾਂ ਬੰਦਿਆਂ ਦੇ ਉੱਤੇ ਨਾ 10ਵੇਂ ਗ੍ਰੰਥ ਦਾ ਹੀ ਅਸਰ ਆ। ਬਿਲਕੁਲ ਜੀ, ਬਿਲਕੁਲ। ਵੀ ਜਿੱਦਾਂ ਕਹਿ ਰਿਹਾ, ਉਹ ਕਹਿ ਰਿਹਾ ਤੂੰ ਏਦਾਂ ਕਰਦਾ ਸੀ, ਤੂੰ ਏਦਾਂ ਕਿਹਾ ਮੈਨੂੰ, ਤੂੰ ਏਦਾਂ ਚਾਹੁੰਦੇ ਇੱਕ ਦੂਜੇ ਤੋਂ, ਏਦਾਂ ਦਾ ਕੰਮ ਹੀ ਇਹ ਬੰਦੇ ਨਾ ਜਰ ਸਕਦੇ ਆ ਏਦਾਂ। ਹੁਣ ਉਹਦੇ ਤੋਂ ਵੀ ਹੋ ਸਕਦਾ ਆਪਣੇ ਆਪ ਨੂੰ ਨਾ ਆਪਣੇ ਕੈਲੀਫੋਰਨੀਆ ਵਾਲੇ ਦੇ ਅੰਦਰ ਨਾ ਏਦਾਂ ਆ ਗਿਆ ਏਦਾਂ ਆਪਣੀ, ਉਹ ਕਹਿੰਦਾ ਮੈਂ ਵਿਦਵਾਨ ਹੁੰਨਾ ਏਦਾਂ, ਮੈਂ ਕਥਾਵਾਚਕ ਹਾਂ, ਕਹਿੰਦਾ ਮੇਰਾ ਇੱਕ ਲਾਈਫ ਸਟਾਈਲ ਹੈ, ਕਹਿੰਦਾ ਏਦਾਂ ਮੈਂ ਏਦਾਂ ਨਹੀਂ ਹੋ ਸਕਦਾ, ਮੰਨ ਬੈਠਾ ਆਪਣੇ ਆਪ ਨੂੰ ਮੰਨ ਬੈਠਾ ਏਦਾਂ। ਤੇ ਉਹ ਆਮ ਜਿਹੜਾ ਦੂਜਾ ਥੱਲੇ ਹੋਊਗਾ ਉਹ ਤੋਂ ਨਹੀਂ ਜਰੇ ਜਾ ਰਹੇ ਹੋਣੇ ਏਦਾਂ, ਵੀ ਇੱਕ ਇਕੱਲਾ ਹੀ ਜਾਈ ਜਾਂਦਾ ਉਸ ਪਾਸੇ ਨੂੰ। ਤਾਂ ਆਹ ਸਾਰੀਆਂ ਇਹਨਾਂ ਕਹਾਣੀਆਂ ਦਾ ਅਸਰ ਆ। ਤੇ ਜਿੱਦਾਂ ਉਹ ਨਾਈ ਦੇ ਮੁੰਡੇ ਤੋਂ ਵੀ ਜਰ ਨਹੀਂ ਹੋਇਆ ਏਦਾਂ, ਪਹਿਲਾਂ ਤਾਂ ਕਹਿੰਦੇ ਵੀ ਉਹਨੇ ਸੰਬੰਧ ਬਣਾ ਲਏ, ਹੁਣ ਉਹਦੇ ਨਾਲ ਕੋਈ ਮਿਲਾ ਦਿੱਤਾ ਹੈ ਰਾਜੇ ਦੀ ਕੁੜੀ ਨੂੰ ਏਦਾਂ, ਉਹਦੀ ਨੂੰਹ ਨੂੰ ਏਦਾਂ, ਜਿਹੜੀ ਰਾਜੇ ਦੇ ਮੁੰਡੇ ਦੀ ਘਰ ਵਾਲੀ ਸੀਗੀ, ਤੇ ਉਹ ਤੋਂ ਬਦਲਾ ਲੈਣਾ ਜੀ। ਉਹਨੂੰ ਕਹਿੰਦਾ ਉਹਨੂੰ ਬੱਕਰੀਆਂ ਚਰਾਉਣ ਖਾਤਰ ਭੇਜੋ। ਅੱਗੇ ਉਹਨਾਂ ਨੂੰ ਸ਼ਿਵ ਜੀ ਨੇ ਵਰ ਦੇ ਕੇ ਜਾਣਾ ਮੁੰਡੇ ਨੂੰ। ਦੋਹਰਾ, ਸ਼ਾਹ ਦਾ ਪੁੱਤਰ ਬੱਕਰੀਆਂ ਲੈ ਕੇ ਬਣ ਵਿੱਚ ਖੁਆਰ ਹੁੰਦਾ ਰਿਹਾ ਅਤੇ ਸ਼ਰਮ ਦਾ ਮਾਰਿਆ ਸੁੱਕ ਕੇ ਰਬਾਬ ਵਰਗਾ ਦੁਬਲਾ ਹੋ ਗਿਆ। ਚੌਪਈ, ਜਦੋਂ ਉਸ ਨੂੰ ਬਹੁਤ ਦੁਰਬਲ ਦੇਖਿਆ ਤਦ ਨਾਈ ਦੇ ਪੁੱਤਰ ਨੇ ਕਿਹਾ, ਹੁਣ ਇਸ ਨੂੰ ਇੱਕ ਮੰਜੀ ਦੇ ਦਿਓ ਅਤੇ ਮੇਰੇ ਕਹੇ ਅਨੁਸਾਰ ਇਸ ਤਰ੍ਹਾਂ ਕਰੋ। ਦੋਹਰਾ, ਸ਼ਾਹ ਦਾ ਪੁੱਤਰ ਮੰਜੀ ਲੈ ਕੇ ਮਨ ਵਿੱਚ ਹੋਰ ਵੀ ਦੁਖੀ ਹੋਇਆ, ਸੰਘਣੇ ਬਣ ਵਿੱਚ ਜਾ ਕੇ ਨਿੱਤ ਰੋਣ ਪਿੱਟਣ ਲੱਗਿਆ। ਮਹਾਰੁਦਰ ਅਤੇ ਪਾਰਬਤੀ ਸ਼ਾਹ ਦੇ ਪੁੱਤਰ ਕੋਲੋਂ ਲੰਘ ਰਹੇ ਸਨ। ਮਹਾਰੁਦਰ ਮਤਲਬ ਸ਼ਿਵ ਜੀ, ਠੀਕ ਹੈ ਜੀ, ਤੇ ਪਾਰਬਤੀ ਕਹਿੰਦੇ ਸ਼ਾਹ ਦੇ ਮੁੰਡੇ ਦੇ ਕੋਲੋਂ ਲੰਘ ਰਹੇ ਸੀ। ਤੇ ਮਤਲਬ ਹੁਣ ਬੱਕਰੀਆਂ ਚਰਾਉਂਦਾ ਆ, ਦੁਬਲਾ ਪਤਲਾ ਹੋ ਗਿਆ ਏਦਾਂ। ਨਾਈ ਦਾ ਮੁੰਡਾ ਜਿਹੜਾ ਹੈਗਾ ਉਹ ਤੋਂ ਬਦਲੇ ਲੈ ਰਿਹਾ, ਪਤਾ ਨਹੀਂ ਕਿਹੜੀ ਗੱਲ ਦੇ, ਉਹ ਤਾਂ ਇਹਦੇ ਵਿੱਚ ਕੋਈ ਮੈਂਸ਼ਨ ਨਹੀਂ ਹੈਗਾ। ਹੁਣ ਸ਼ਿਵ ਜੀ ਤੇ ਪਾਰਬਤੀ, ਅਸਲ 'ਚ ਨਾ ਜਿਹੜੀ ਪਿਛਲੇ ਵੀਕ ਭਾਜੀ ਹੋਰਾਂ ਨੇ ਵੀ ਗੱਲ ਕੀਤੀ ਸੀ, ਆ ਸਾਰੇ ਚਰਿੱਤਰ ਕਿਸੇ ਸ਼ਿਵ ਜੀ ਦੇ ਭਗਤ ਕੰਨਿਓ ਲਿਖੇ ਹੋਏ ਆ। ਜਿਹੜਾ ਕੁਛ ਵੀ ਹੁਣ ਇੱਥੇ ਦੇ ਸ਼ਿਵਾਵਰ ਮੋਹੇ ਮਹੇ ਵਾਲੇ ਦਾ ਸਾਡੇ ਬੰਦੇ ਪੰਥਪ੍ਰੀਤ ਦੇ ਮੂੰਹ ਵੀ ਮੈਂ ਆਹੀ ਅਰਥ ਸੁਣੇ ਆ, ਵੀ ਉੱਥੇ ਸ਼ਿਵਾ ਦਾ ਮਤਲਬ ਸ਼ਿਵ ਜੀ ਨਹੀਂ ਹੈਗਾ, ਉੱਥੇ ਸ਼ਿਵਾ ਦਾ ਮਤਲਬ ਰੱਬ ਕੀਤਾ ਇਹਨਾਂ ਬੰਦੇ ਨੇ। ਜਿੱਦਾਂ ਭਗੋਤੀ ਦਾ ਹੱਥ ਤਲਵਾਰ ਨਹੀਂ ਕਰਦੇ ਧੱਕੇ ਨਾਲੇ ਬੰਦੇ, ਉਦਾਂ ਉੱਥੇ ਕਹਿੰਦੇ ਵੀ ਉਹ ਦੇ ਸ਼ਿਵਾ ਦਾ ਮਤਲਬ ਹੈਗਾ ਵੀ ਉਹ ਰੱਬ ਨੂੰ ਕਹਿ ਰਿਹਾ ਏਦਾਂ, ਮੈਨੂੰ ਕੋਈ ਵਰ ਦੇ ਏਦਾਂ। ਪਰ ਅਸਲ ਦੇ ਵਿੱਚ ਜਿਹੜਾ ਵਰ ਮੰਗਿਆ ਜਾ ਰਿਹਾ ਨਾ ਸ਼ਿਵ ਤੋਂ ਹੀ ਮੰਗਿਆ ਜਾ ਰਿਹਾ। ਜਿਹੜੀਆਂ ਚੀਜ਼ਾਂ ਉਹਨੂੰ ਚੰਗੀਆਂ ਲੱਗਦੀਆਂ ਆ, ਕਿਉਂਕਿ ਉਹਨੂੰ ਕਾਮ ਦਾ ਦੇਵਤਾ ਮੰਨਿਆ ਜਾਂਦਾ ਆ, ਤਾਂ ਸਾਰੀਆਂ ਕਾਮ ਮਤਲਬ ਸੈਕਸ ਦਾ ਬਾਰੇ ਵੇ ਉਹਦਾ ਮੰਨਿਆ ਜਾਂਦਾ ਹੈ। ਤੇ ਜਿਹੜੀ ਉਹਦੇ ਸ਼ਿਵਲਿੰਗ ਦੀ ਪੂਜਾ ਦੇ ਬਾਰੇ ਵੀ ਜਿਹੜੀ ਕਹਾਣੀ ਹੈ ਏਦਾਂ, ਇਹ ਪੰਥਪ੍ਰੀਤ ਵਰਗਿਆਂ ਨੂੰ ਵੀ ਪਤਾ ਆ ਵੀ ਬਹੁਤ ਘਟੀਆ ਕਹਾਣੀ ਉਹਦੇ ਬਾਰੇ ਜੋੜੀ ਹੋਈ ਹੈ ਏਦਾਂ, ਵੀ ਜਿਹੜੀ ਸੁਣਾਈ ਨਹੀਂ ਜਾ ਸਕਦੀ ਕਿਸੇ ਨੂੰ। ਅਸਲ ਚ ਉਹਦੇ ਦੁੱਧ ਪਾਉਣ ਵਾਲੀ ਜਿਹੜੀ ਕਹਾਣੀ ਹੈ ਉਹਦੇ ਪਿੱਛੇ ਕਾਰਨ ਕੀ ਹੈ,
ਠੀਕ ਹੈ। ਹੁਣ ਉਹਨੂੰ ਸ਼ਰਾਬ ਵੀ ਮਨਜ਼ੂਰ ਆ, ਉਹਨੂੰ ਕਾਮ ਦਾ ਦੇਵਤਾ ਕਿਹਾ ਜਾਂਦਾ ਆ, ਉਹ ਸਾਰੇ ਲੱਛਣ ਇਹਨਾਂ ਚਰਿੱਤਰਾਂ ਦੇ ਵਿੱਚ ਆ। ਹੁਣ ਹਰੇਕ ਚਰਿੱਤਰ 'ਚ ਨਾ ਜਿੱਥੇ ਕਿਤੇ ਨੂੰ ਵਰ ਦੇਣ ਦੀ ਗੱਲ ਆਉਂਦੀ ਹੈ, ਕਿਸੇ ਨੂੰ ਖੁਸ਼ ਕਰਨ ਦੀ ਗੱਲ ਆਉਂਦੀ ਹੈ, ਉਹ ਸ਼ਿਵ ਜੀ ਦਾ ਨਾਮ ਆਉਂਦਾ ਹੈ। ਹੁਣ ਇੱਥੇ ਗੁਰੂ ਗੋਬਿੰਦ ਸਿੰਘ ਕਹਿ ਰਹੇ ਆ ਵੀ ਉਹਦੇ ਕੋਲੋਂ ਸ਼ਿਵ ਤੇ ਪਾਰਵਤੀ ਨੰਗੇ ਜਾ ਰਹੇ ਸੀ ਏਦਾਂ। ਹੁਣ ਇਹਨਾਂ ਉੱਥੇ ਕਿਤੇ ਪ੍ਰਮਾਤਮਾ ਕੋਲੋਂ ਅਰਦਾਸ ਨਹੀਂ ਕੀਤੀ, ਕਿਸੇ ਅਕਾਲ ਪੁਰਖ ਕੋਲੇ ਅਰਦਾਸ ਨਹੀਂ ਕੀਤੀ, ਉੱਥੇ ਆਇਆ ਕੌਣ ਆ? ਸ਼ਿਵ ਤੇ ਪਾਰਵਤੀ ਆਏ ਆ। ਹੁਣ ਜਿਹੜਾ ਗਲਾਣਾ ਆ ਉਹ ਵੀ ਤਾਂ ਗੁਰੂ ਗੋਬਿੰਦ ਸਿੰਘ ਨੂੰ ਉਹਨਾਂ ਦੇ ਸ਼ਿਵ ਜੀ ਦਾ ਭਗਤ ਮੰਨਦੇ ਨੇ, ਸ਼ਿਵ ਜੀ ਦੇ ਭਗਤ ਦੱਸਦੇ ਉਹ ਭੰਗ, ਮਤਲਬ ਜਿਹੜੀ ਭੰਗ ਵੀ ਆ ਉਹਦਾ ਸੰਬੰਧ ਵੀ ਸ਼ਿਵ ਜੀ ਦੇ ਨਾਲ ਆ, ਉਹ ਵੀ ਇਹਦੇ ਨਾਲ ਜੋੜਦੇ। ਜਿਹਨਾਂ ਦੀ ਸ਼ਿਵਰਾਤਰੀ ਜਦੋਂ ਉਹਨਾਂ ਦੀ ਆਉਂਦੀ ਹੈ ਉਦੋਂ ਮਸਤ ਉੱਥੇ ਚੱਲਦੇ ਭੰਗ ਏਦਾਂ ਕਹਿੰਦੇ ਵੀ ਮੱਝ ਅਸੀਂ ਖੁਸ਼ ਕਰਨਾ ਹੈ ਤੇ ਭੋਲੇਨਾਥ ਨੂੰ ਏਦਾਂ। ਤੇ ਇੱਥੇ ਵੀ ਜਿਹੜਾ ਭੰਗ ਵਾਲਾ ਕੰਸੈਪਟ ਵੀ ਆ ਉਹ ਵੀ ਸ਼ਿਵ ਜੀ ਕਰਕੇ ਆਇਆ ਹੋਇਆ ਸਾਡੇ ਵਿੱਚ। ਹਾਂਜੀ ਓਕੇ। ਮਹਾਰੁਦਰ ਅਤੇ ਪਾਰਵਤੀ ਸ਼ਾਹ ਦੇ ਪੁੱਤਰ ਕੋਲੋਂ ਲੰਘ ਰਹੇ ਸਨ। ਉਸ ਨੂੰ ਦੁਖੀ ਦੇਖ ਕੇ ਉਹਨਾਂ ਦੇ ਮਨ ਵਿੱਚ ਦਇਆ ਆ ਗਈ। ਚੌਪਈ। ਦਇਆਵਾਨ ਹੋ ਕੇ ਉਹਨਾਂ ਨੇ ਇਸ ਤਰ੍ਹਾਂ ਕਿਹਾ, ਹੇ ਸ਼ਾਹ ਦੇ ਪੁੱਤਰ, ਹੇ ਸ਼ਾਹ ਦੇ ਦੁਖੀ ਪੁੱਤਰ ਸੁਣੋ, ਜਿਸ ਨੂੰ ਤੂੰ ਮੂੰਹ ਤੋਂ ਕਹੇਗਾ ਚਿਮਟ ਜਾ, ਉਹ ਬੱਕਰੀ ਭੂਮੀ ਨਾਲ ਜੁੜ ਜਾਏਗੀ। ਦੋਹਰਾ। ਜਦੋਂ ਤੂੰ ਵੱਖ ਹੋਣ ਲਈ ਕਹੇਗਾ ਉਸੇ ਵੇਲੇ ਉਹ ਖਲਾਸ ਹੋ ਜਾਏਗੀ। ਜਦ ਤੱਕ ਤੂੰ ਇਸ ਤਰ੍ਹਾਂ ਨਹੀਂ ਕਹੇਗਾ ਉਹ ਧਰਤੀ ਨਾਲ ਲੱਗ ਕੇ ਮਰ ਜਾਏਗੀ। ਹੁਣ ਅਸਲ ਦੇ ਵਿੱਚ ਨਾ ਜਦੋਂ ਮੰਨ ਲਓ ਜੇ ਉਹਨਾਂ ਦੀ ਵੀ ਸਿਫਤ ਕਰਨੀ ਸੀਗੀ ਦੇਵੀ ਦੇਵਤਿਆਂ ਦੀ ਵੀ, ਉਹ ਤੋਂ ਇਹ ਕਹਾਇਆ ਜਾਂਦਾ ਵੀ ਮੈਂ ਜਾ ਕੇ ਦੱਸਦਾ ਉਹਨਾਂ ਬੰਦਿਆਂ ਨੂੰ। ਇਸ ਤਰ੍ਹਾਂ ਰੱਬ ਹੁੰਨੇ ਆ ਏਦਾਂ, ਮੈਂ ਜਾ ਕੇ ਦੱਸਦਾ ਵੀ ਆਹ ਸ਼ਾਹ ਦਾ ਮੁੰਡਾ ਆ, ਜਿਹਨੂੰ ਤੁਸੀਂ ਘਰੇ ਰੱਖੇ ਬੈਠੇ ਹੋ, ਉਹ ਨਾਈ ਦਾ ਮੁੰਡਾ ਆ। ਜਾਂ ਕੁਛ ਇਹਨੂੰ ਏਦਾਂ ਦਾ ਕੁਛ ਦੱਸ ਕੇ ਜਾਂਦੇ ਵੀ ਇਸ ਤਰੀਕੇ ਦੇ ਨਾਲ ਵੀ ਤੂੰ ਜਾ ਏਦਾਂ ਜਾ ਕੇ ਵੀ ਅਸੀਂ ਤੂੰ ਇੱਥੇ ਬੈਠ, ਅਸੀਂ ਤੇਰੇ ਪਿਓ ਨੂੰ ਲੈ ਕੇ ਆਉਣੇ ਆ। ਉਹ ਆ ਕੇ ਇਹਨਾਂ ਨੂੰ ਦੱਸੂਗਾ ਮੇਰਾ ਮੁੰਡਾ ਅਸਲ ਦੇ ਵਿੱਚ ਕੌਣ ਹੈ। ਕੋਈ ਏਦਾਂ ਦੀ ਗੱਲ ਹੋਵੇ ਫੇਰ ਵੀ ਮੰਨੀ। ਹੁਣ ਉਹ ਸ਼ਿਵਜੀ ਪਾਰਵਤੀ ਵੀ ਉਹਨੂੰ ਵਰਕੀ ਦੇ ਕੇ ਜਾਂਦੇ ਆ ਵੀ ਚਿੰਬੜ ਜਾ ਕਹਿ ਦੇਗਾ ਨਾ ਤੂੰ ਏਦਾਂ, ਉੱਥੇ ਉਹ ਚੀਜ਼ ਚਿੰਬੜ ਜੂਗੀ ਏਦਾਂ। ਤੇ ਉਹ ਵੀ ਮੁੜ ਕੇ ਏਦਾਂ ਅਸਲ ਦੇ ਵਿੱਚ ਮਤਲਬ ਭਗਤ ਕਿੱਦਾਂ ਕਹਿੰਦੇ ਤਾਕਤ ਸਾਡੇ ਕੋਲੇ ਆਈ ਏਦਾਂ ਏਦਾਂ, ਫਿਰ ਉਹ ਵੀ ਉਹਦਾ ਮਤਲਬ ਉਹਦਾ ਵਰਤੋਂ ਕਿੱਦਾਂ ਕਰਦਾ ਆ ਏਦਾਂ। ਅਸਲ ਦੇ ਵਿੱਚ ਜੇਕਰ ਅਸੀਂ ਇਹਨਾਂ ਜਿੱਦਾਂ ਨਾ ਕਹਿੰਦੇ ਵੀ ਇਹ ਬੰਦੇ ਬਹੁਤ ਏਦਾਂ ਰੱਬ ਤਾਂ ਬਹੁਤ ਗਾਂਹ ਤੱਕ ਦੇਖ ਲੈਂਦਾ ਏਦਾਂ, ਉਹਨੂੰ ਪਤਾ ਹੁੰਦਾ ਕਿੱਦਾਂ। ਹੁਣ ਦੇਵੀ ਦੇਵਤਿਆਂ ਨੂੰ ਇਹਨਾਂ ਰੱਬਾਂ ਨੂੰ ਇਹ ਵੀ ਨਹੀਂ ਪਤਾ ਲੱਗਿਆ ਵੀ ਜਿਹਨੂੰ ਮੈਂ ਚਿੰਬੜ ਜਾ ਨਾਂ ਦੀ ਇਹ ਸ਼ਕਤੀ ਦੇ ਕੇ ਜਾਣ ਲੱਗਾ ਆ, ਇਹਨੇ ਕਰਨਾ ਕੀ ਹੈ ਸ਼ਕਤੀ ਦੇ ਨਾਲ? ਏਦਾਂ ਕੋਈ ਸਾਰੂ ਕੰਮ ਕਰਨਾ ਇਸ ਬੰਦੇ ਨੇ? ਜਾਂ ਤਾਂ ਇਹ ਹੋਵੇ ਵੀ ਚਲੋ ਇੰਨਾ ਵੀ ਉਹਨੇ ਚਿੰਬੜ ਜਾ ਕਹਿਤਾ ਕਹਾਣੀ ਨੂੰ, ਜੇ ਮਤਲਬ ਨਾ ਅਸੀਂ ਵਧੀਆ ਤਰੀਕੇ ਨਾਲ ਮਤਲਬ ਜਾਗਰੂਕਾਂ ਦੀ ਲੈਂਗੁਏਜ ਵਿੱਚ ਸੁਣਾਈਏ ਜੇ ਵੀ ਹੁਣ ਸ਼ਿਵ ਜੀ ਨੇ ਕਹਿਤਾ ਏਦਾਂ ਵੀ ਤੂੰ ਜਿਵੇਂ ਚਿੰਬੜ ਜਾ ਕਹੇਗਾ ਚੀਜ਼ ਉੱਥੇ ਚਿੰਬੜ ਜੂਗੀ। ਇਹ ਗਿਆ ਰਾਜੇ ਨੇ ਨਾਈ ਦੇ ਮੁੰਡੇ ਨੂੰ ਸੱਦਿਆ, ਨਾਈ ਦੇ ਮੁੰਡੇ ਨੂੰ ਕਹਿੰਦਾ ਵੀ ਤੂੰ ਚਿੰਬੜ ਜਾ। ਨਾਈ ਦਾ ਮੁੰਡਾ ਉੱਥੇ ਚਿੰਬੜ ਗਿਆ, ਆਪ ਉਹਦੇ ਕੱਪੜੇ ਲਾਏ ਏਦਾਂ ਪਾ ਕੇ ਤੇ ਉੱਥੇ ਜਾ ਕੇ ਉਹ ਬੰਦਾ ਰਹਿਣ ਲੱਗ ਗਿਆ ਵੀ ਆਪਦੀ ਮੁੜ ਕੇ ਆਪਦੀ ਘਰਣੀ ਨੂੰ ਨਾਲ ਲੈ ਗਿਆ। ਜੈਨੂਨਟੀ ਬਣ ਜਾਣੀ ਗੱਲ ਦੱਸਣੀ। ਪਰ ਅਸਲ ਚ ਇਸ ਤੋਂ ਆਹ ਮਤਲਬ ਸ਼ਕਤੀ ਦੇ ਕੇ ਕਰਵਾਉਂਦਾ ਕੀ ਹੈ ਏਦਾਂ ਤੇ ਬਾਅਦ ਚ ਕਰਦਾ ਕੀ ਹੈ ਬੰਦਾ, ਉਹ ਸੁਣਿਓ ਅੱਗੇ ਤੁਸੀਂ। ਹਾਂਜੀ ਓਕੇ। ਚੌਪਈ। ਜਦ ਉਸ ਸ਼ਿਵ ਨੇ ਮੁਖ ਤੋਂ ਚਿਮਟ ਜਾ ਕਿਹਾ ਤਾਂ ਉਸ ਦਾ ਹੇਠਲਾ ਹੋਠ ਅਦਰ ਪਤਾ ਨਹੀਂ ਕੀ ਲਿਖਿਆ ਹੈ, ਹੇਠਲਾ ਹੋਠ ਧਰਤੀ ਨਾਲ ਚਿਮਟ ਗਿਆ। ਜਦ ਸ਼ਿਵ ਦੇ ਬਚਨ ਸੱਚੇ ਸਿੱਧ ਹੋਏ ਤਾਂ ਉਸ ਨੇ ਚਿੱਤ ਵਿੱਚ ਇਹ ਬਣਤ ਬਣਾਈ। ਦੋਹਰਾ। ਉਸ ਨੇ ਕਿਹਾ ਮੇਰੇ ਬਿਨਾ ਇਸ ਨਗਰ ਦੇ ਸਾਰੇ ਚਿਮਟ ਜਾਣ। ਜਿੱਥੇ ਕਿੱਥੇ ਜੋ ਨਰ ਨਾਰੀ ਸੀ ਸਭ ਧਰਤੀ ਨਾਲ ਚਿਮਟ ਗਏ। ਸੌਂਦੇ ਜਾਗਦੇ ਉੱਠਦੇ ਬੈਠਦੇ ਸਾਰੇ ਹੀ ਛਿਣ ਭਰ ਵਿੱਚ ਚਿਮਟ ਗਏ। ਸ਼ਹਿਰ ਵਿੱਚ ਬਹੁਤ ਚੀਖ ਚਿਹਾੜਾ ਪੈ ਗਿਆ ਅਤੇ ਕਿਸੇ ਵਿੱਚ ਸੁੱਧ ਬੁੱਧ ਨਾ ਰਹੀ। ਪਤੀ ਧੋਤੀ ਬਣਦਿਆਂ ਫਸ ਗਿਆ ਅਤੇ ਇਸਤਰੀ ਰਸੋਈ ਵਿੱਚ ਤਿਆਰ ਕਰਦੀ ਫਸ ਗਈ। ਨਵੀਂ ਵਿਆਹੀ ਇਸਤਰੀ ਪਤੀ ਨਾਲ ਸੁੱਤੀ ਹੋਈ ਫਸ ਗਈ। ਕਿਸੇ ਨੂੰ ਵੀ ਆਪਣੇ ਜੀ ਦੀ ਹੋਸ਼ ਨਾ ਰਹੀ। ਹੁਣ ਨਾ ਅਸਲ ਦੇ ਵਿੱਚ ਜਦੋਂ ਇਹਨੇ ਚਿੰਬੜ ਜਾ ਕਹਿ ਵੀ ਦਿੱਤਾ ਮੇਰੇ, ਹੁਣ ਗੁਰੂ ਗੋਬਿੰਦ ਸਿੰਘ ਇਹ ਗੱਲ ਮੈਂਸ਼ਨ ਕਰਨਗੇ ਏਦਾਂ ਵੀ ਨਵਾਂ ਵਿਆਹ ਜੋੜਾ ਆ, ਉਹ ਸੰਬੰਧ ਬਣਾਉਂਦਾ ਵੀ ਚਿੰਬੜ ਗਿਆ ਏਦਾਂ ਕਰਕੇ ਏਦਾਂ। ਇਹ ਗੁਰੂ ਗੋਬਿੰਦ ਸਿੰਘ ਏਦਾਂ ਮੈਂਸ਼ਨ, ਵੈਸੇ ਤਾਂ ਟੈਕਨੀਕਲੀ ਬਹੁਤ ਗੱਲਾਂ ਆ ਵੀ ਜਦੋਂ ਮਤਲਬ ਚਿੰਬੜ ਜਾਈ ਕਹਿਤਾ ਵੀ ਬਾਕੀ ਲੋਕਾਂ ਨੂੰ ਏਦਾਂ ਹਾਹਾਕਾਰ ਕਹਿਤਾ ਸੀ ਉਹਨਾਂ ਨੇ ਕਿ ਜੋ ਵੀ ਜਿੱਥੇ ਵੀ ਸੀ ਉੱਥੇ ਹੀ ਚਿੰਬੜ ਗਿਆ, ਤਾਂ ਉਹਨੂੰ ਅੱਗੇ ਐਕਸਪਲੇਨ ਕਰਨਾ ਵੀ ਉਹੀ ਤਰੀਕਾ ਵੀ ਜਿਹੜਾ ਗੰਦ ਲਿਆ ਕੇ ਅੱਗੇ ਸਵਾਦ ਲੈ ਕੇ ਵਿੱਚੋਂ ਉਹ ਗੰਦ ਹੀ ਦੱਸਣਾ ਲਿਆ ਕੇ ਏਦਾਂ ਚਿੰਬੜ ਗਏ ਏਦਾਂ। ਹਾਂਜੀ ਅੱਗੇ ਪੜ੍ਹ ਦਿਓ। ਓਕੇ। ਚੌਪਈ। ਤਦ ਸ਼ਾਹ ਦਾ ਪੁੱਤਰ ਨਾਈ ਦੇ ਪੁੱਤਰ ਕੋਲ ਆਇਆ, ਜੋ ਉਸ ਨਾਲ ਹੋਇਆ ਸੀ ਉਹ ਉਸ ਨੂੰ ਸੁਣਾਇਆ। ਸ਼ਾਹ ਦੇ ਪੁੱਤਰ ਨੇ ਨਾਈ ਦੇ ਪੁੱਤਰ ਨੂੰ ਕਿਹਾ, ਤੁਸੀਂ ਮੈਨੂੰ ਜੋ ਕੁਝ ਕਹੋਗੇ ਮੈਂ ਉਹ ਕਰਾਂਗਾ। ਮੈਂ ਤੁਹਾਡੇ ਲਈ ਵੈਦ ਨੂੰ ਲੱਭ ਕੇ ਲਿਆਵਾਂਗਾ। ਘੋੜੀ ਲੈ ਕੇ
ਸ਼ਾਹ ਦਾ ਪੁੱਤਰ ਗਿਆ ਅਤੇ ਵੈਦ ਲੱਭ ਕੇ ਨਾਲ ਲੈ ਆਇਆ। ਹੁਣ ਅਸਲ 'ਚ ਨਾ ਕਹਾਣੀ ਥੋੜੀ ਜੋੜ ਦਈਏ ਏਦਾਂ। ਹੁਣ ਨਾਈ ਦਾ ਮੁੰਡੇ ਨਾਲ ਵੀ ਜਦੋਂ ਕਹਿਤਾ ਚਿੰਬੜ ਜਾ, ਤਾਂ ਨਾਈ ਦੇ ਮੁੰਡੇ ਨੇ ਆ ਕੇ ਸ਼ਾਹ ਦੇ ਮੁੰਡੇ ਨੂੰ ਦੱਸਿਆ ਵੀ ਮੇਰੇ ਨਾਲ ਤਾਂ ਇਦਾਂ ਹੋ ਗਈ। ਉਹ ਕਹਿੰਦਾ ਕੋਈ ਗੱਲ ਨਹੀਂ, ਹਾਂਜੀ, ਵੀ ਮੈਂ ਵੈਦ ਲੱਭ ਕੇ ਲੈ ਕੇ ਆਉਣਾ ਆ। ਠੀਕ ਹੈ। ਉੱਥੇ ਵੀ ਇਦਾਂ ਨਹੀਂ ਕੀਤਾ ਵੀ ਕੱਪੜੇ ਚੇਂਜ ਕਰਕੇ ਵੀ ਏਦਾਂ ਕਹਿਤਾ ਵੀ ਮੈਂ ਕੀਤਾ ਸੀਗਾ ਵੀ ਮੈਂ ਫੇਰ ਦੁਬਾਰੇ ਕਰੂੰਗਾ ਏਦਾਂ, ਹਾਂਜੀ, ਵੀ ਨਹੀਂ ਤਾਂ ਤੂੰ ਕਰ ਚੱਲ ਏਦਾਂ। ਕਹਿੰਦਾ ਨਹੀਂ, ਮੈਂ ਵੈਦ ਲੱਭ ਕੇ ਲੈ ਕੇ ਆਉਣਾ ਤੇਰੇ ਵਾਸਤੇ ਜਿਹੜਾ ਤੇਰਾ ਇਲਾਜ ਕਰੂਗਾ। ਹੁਣ ਸ਼ਾਹ ਦਾ ਮੁੰਡਾ ਨਾਈ ਦੇ ਮੁੰਡੇ ਖਾਤਰ ਜਿਹੜਾ ਉਹਨੇ ਕਿਹਾ ਸੀ ਚਿੰਬੜ ਜਾ ਏਦਾਂ, ਤੇ ਉਹਦੇ ਵਾਸਤੇ ਵੈਦ ਲੈਣ ਗਿਆ ਆ। ਹਾਂਜੀ, ਘੋੜੀ ਲੈ ਕੇ ਸ਼ਾਹ ਦਾ ਪੁੱਤਰ ਗਿਆ ਅਤੇ ਵੈਦ ਨੂੰ ਲੱਭ ਕੇ ਨਾਲ ਲੈ ਆਇਆ। ਉਸ ਵੈਦ ਨੂੰ ਜੰਗਲ ਜਾਣ ਦੀ ਹਾਜਤ ਹੋਈ ਅਤੇ ਸ਼ਾਹ ਦੇ ਪੁੱਤਰ ਨੂੰ ਉਸਨੇ ਘੋੜੀ ਦੇ ਦਿੱਤੀ। ਹੁਣ ਉਸ ਵੈਦ ਨੂੰ ਮਤਲਬ ਟੋਇਲਟ ਜਾਣ ਖਾਤਰ ਉਹ ਬੰਦਾ ਜੰਗਲ ਦੇ ਵਿੱਚ ਗਿਆ, ਏਦਾਂ ਪ੍ਰੈਸ਼ਰ ਪੈ ਗਿਆ ਜਿਹਨੂੰ, ਏਦਾਂ ਵੀ ਉਸ ਵਾਸਤੇ ਗਿਆ ਉਹ ਬੰਦਾ ਏਦਾਂ, ਤੇ ਘੋੜੀ ਉਹਨੇ ਜਿਹੜੀ ਸੀਗੀ ਉਹ ਰਾਜੇ ਦੇ ਮੁੰਡੇ ਨੂੰ ਫੜਾਤੀ ਏਦਾਂ। ਹਾਂਜੀ, ਦੋਹਰਾ। ਤਦ ਉਹ ਲੰਗੋਟੀ ਚੁੱਕ ਕੇ ਇੱਕ ਬੂਟੇ ਪਾਸ ਜਾ ਬੈਠਾ। ਜਦੋਂ ਮਿੱਟੀ ਦਾ ਡਲਾ ਲੈ ਕੇ ਗੁੱਦਾ ਪੂੰਝਣ ਲੱਗਿਆ ਤਾਂ ਸ਼ਾਹ ਦੇ ਪੁੱਤਰ ਨੇ ਕਿਹਾ, ਤੂੰ ਚਿਮਟ ਜਾ। ਲੰਗੋਟੀ ਵੈਦ ਦੇ ਹੱਥ ਵਿੱਚ ਰਹਿ ਗਈ ਅਤੇ ਮਿੱਟੀ ਦਾ ਡਲਾ ਗੁੱਦਾ ਵਿੱਚ ਫਸ ਗਿਆ। ਅਸਲ 'ਚ ਨਾ ਏਦਾਂ ਇਹ ਜਿਹੜੇ ਵਰਡ ਵਰਤੇ ਆ ਜਤਨ ਸਿੰਘ ਜੱਗੀ ਨੇ, ਹਾਂਜੀ, ਇਹ ਬਹੁਤ ਸੋਹਣੇ ਵਰਤੇ ਏਦਾਂ। ਉਹਦੀ ਨਾ ਉਰਲੇ ਪਾਸੇ ਪੰਕਤੀ ਆ, ਕਹਿੰਦਾ ਹੱਥ ਲੰਗੋਟੀ ਰਹਿ ਗਈ ਡਲਾ ਫਸਿਓ। ਜਿਹੜਾ ਅੱਗੇ ਸ਼ਬਦ ਵਰਤਿਆ ਨਾ ਉਹਨੇ, ਜਿਹੜਾ ਟਿਪੀਕਲ ਪੰਜਾਬੀ ਦੇ ਵਿੱਚ ਲਿਖਿਆ ਹੁੰਦਾ ਸ਼ਬਦ ਉਹ ਵਰਤਿਆ ਉਹਨੇ, ਬਿਲਕੁਲ ਜਿਹੜਾ ਬੱਬੇ ਤੋਂ ਸ਼ੁਰੂ ਹੋ ਕੇ ਏਦਾਂ ਮਾਹੀ, ਵੀ ਮੈਨੂੰ ਯਾਨੀ ਕਿ ਮੈਥੋਂ ਬੋਲ ਨਹੀਂ ਹੋ ਰਿਹਾ ਇਹਦਾ, ਜਿਹੜਾ ਅਸਲ ਦੇ ਵਿੱਚ ਉਸ ਪੰਕਤੀ ਦੇ ਵਿੱਚ ਲਿਖਿਆ ਹੋਇਆ ਆ। ਉਹ ਅਰਥ ਦੇ ਵਿੱਚ ਤਾਂ ਉਹਨੇ ਅਰਥ ਉਹਦੇ ਹੋਰ ਡਿਫਰੈਂਟ ਤਰੀਕੇ ਨਾਲ ਕਰਤੇ ਏਦਾਂ, ਪਰ ਜਿਹੜਾ ਅਸਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਮੂੰਹੋਂ ਪੰਕਤੀ ਲਿਖਾਈ ਹੈ ਨਾ, ਉਹਦੇ ਵਿੱਚ ਉਹ ਐਗਜ਼ੈਕਟਲੀ ਉਹ ਸ਼ਬਦ ਲਿਖਵਾਇਆ ਉਸ ਬੰਦੇ ਨੇ ਏਦਾਂ। ਤੇ ਇਹ ਬੰਦੇ ਕਹਿੰਦੇ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਨਾਲ ਅਸੀਂ ਪਿਆਰ ਰੱਖਣ ਵਾਲੇ ਬੰਦੇ, ਅਸੀਂ ਗੁਰੂ ਗੋਬਿੰਦ ਸਿੰਘ ਖਾਤਰ ਜਾਨ ਵਾਰਨ ਵਾਲੇ ਬੰਦੇ ਏਦਾਂ, ਅਸੀਂ ਗੁਰੂ ਦੇ ਬਾਰੇ ਏਦਾਂ ਸਹਿ ਨਹੀਂ ਸਕਦੇ ਕੁਛ, ਅਸੀਂ ਗੁਰੂ ਬਾਰੇ ਸੁਣ ਨਹੀਂ ਸਕਦੇ ਕੁਛ, ਆਹ ਸੁਣ ਰਹੇ ਆ ਬੰਦੇ ਏਦਾਂ। ਹੁਣ ਗੱਲ ਇਹ ਨਹੀਂ ਹੈਗੀ ਵੀ ਉਹਨੂੰ ਮਤਲਬ ਆਹ ਪਹਿਲੀ ਗੱਲ ਤਾਂ ਕਹਾਣੀ ਦਾ ਹੀ ਕੋਈ ਮੂੰਹ ਪੈਰ ਨਹੀਂ ਹੈਗਾ ਏਦਾਂ ਵੀ ਕਿਹੜੇ ਪਾਸਿਓਂ ਚੱਲੀ, ਕੀ ਕਰ ਰਹੀ ਕੀ ਨਹੀਂ ਬਣ ਰਹੀ, ਪਰ ਅਸਲ 'ਚ ਉਹ ਤਾਕਤ ਆਉਣ ਤੋਂ ਬਾਅਦ ਵੀ ਮਤਲਬ ਗੁਰੂ ਗੋਬਿੰਦ ਸਿੰਘ ਕਿੱਦਾਂ ਖੜਵਾ ਰਿਹਾ ਉਸ ਬੰਦੇ ਤੋਂ ਏਦਾਂ ਯਾਰ। ਹੁਣ ਉੱਥੇ ਦੋ ਬੰਦੇ, ਕਿਹੜਾ ਬੰਦਾ ਆ ਕੇ ਗੁਰੂ ਗੋਬਿੰਦ ਸਿੰਘ ਨੂੰ ਦੱਸ ਕੇ ਗਿਆ, ਏਦਾਂ ਗੁਰੂ ਗੋਬਿੰਦ ਸਿੰਘ ਵੀ ਏਦਾਂ ਕਰਕੇ ਲਿਖਦੇ ਗਏ ਏਦਾਂ ਗੱਲਬਾਤ ਏਦਾਂ। ਹੁਣ ਇਹਦੇ ਵਿੱਚ ਤਾਂ ਇਸਤਰੀ ਦਾ ਚਰਿੱਤਰ ਨਹੀਂ ਹੈਗਾ, ਤਾਂ ਬੰਦੇ ਦਾ ਚਰਿੱਤਰ ਆ ਏਦਾਂ। ਹਾਂਜੀ, ਇਹ ਬੰਦਾ ਕਰ ਰਿਹਾ ਇਹਦੇ ਵਿੱਚ ਗੱਲ ਚਰਿੱਤਰੋਂ ਪਖਿਆਣ ਆ ਏਦਾਂ, ਪਰ ਇਹਦੇ ਵਿੱਚ ਹੈ ਆ ਬੰਦਾ ਕੰਮ ਕਰਤੂਤਾ ਏਦਾਂ ਦੀਆਂ ਕਰਿਆ। ਕਰਵਾਓ ਤੋਂ ਐਸੀ ਨਹੀਂ ਇਹ ਕਹਿਣਾ ਵੀ ਏਦਾਂ ਕਰਕੇ ਕੋਈ ਉਹ ਰਾਜੇ ਦਾ ਮੁੰਡਾ ਕਰ ਰਿਹਾ ਆ ਤਾਂ ਜਾਂ ਸ਼ਿਵਜੀ ਨੂੰ ਤਾਕਤ ਦੇਗਾ ਸ਼ਿਵਜੀ ਕਰਾ ਰਿਹਾ ਆ, ਅਸੀਂ ਤਾਂ ਕਹਾਂਗੇ ਗੁਰੂ ਗੋਬਿੰਦ ਸਿੰਘ ਕਰਵਾ ਰਿਹਾ ਆ, ਕਿਉਂਕਿ ਗੁਰੂ ਗੋਬਿੰਦ ਸਿੰਘ ਦਾ ਲਿਖਿਆ ਹੋਇਆ ਇਹ। ਤੁਸੀਂ ਲੋਕ ਕਹਿਣੇ ਹੋ ਇਹਨੂੰ, ਜੇ ਨਹੀਂ ਕਹਿੰਦੇ ਤਾਂ ਬੈਨ ਕਰੋ ਇਸ ਚੀਜ਼ ਨੂੰ, ਇਹਨੂੰ ਕਹੋ ਵੀ ਨਹੀਂ ਹੋ ਸਕਦਾ ਇਹਦਾ ਪ੍ਰਕਾਸ਼, ਇਹ ਨਹੀਂ ਹੈਗੀ ਗੁਰੂ ਦੀ ਬਾਣੀ ਏਦਾਂ। ਟਕਸਾਲੀ ਤਾਂ ਮੰਨ ਰਹੇ ਇਸ ਗੱਲ ਨੂੰ, ਉਹਨਾਂ ਦੇ ਤਾਂ ਯਾਨੀ ਕਿ ਐਜ਼ ਇਟ ਇਜ਼ ਮੰਨਦੇ ਆ ਉਸ ਗੱਲ ਨੂੰ, ਤੇ ਇਹਨਾਂ ਗੱਲਾਂ ਉੱਤੇ ਪਹਿਰਾ ਵੀ ਦੇ ਰਹੇ ਉਹ ਬੰਦੇ। ਉਹਨਾਂ ਦੇ ਕਰੈਕਟਰ ਚੋਂ ਦਿਖ ਜਾਣੀਆਂ ਤੁਹਾਨੂੰ ਗੱਲਾਂ ਏਦਾਂ, ਪਰ ਤੁਹਾਡੇ ਕਰੈਕਟਰਾਂ ਦੇ ਵਿੱਚੋਂ ਤੁਸੀਂ ਇਹਨਾਂ ਗੱਲਾਂ ਨੂੰ ਕਰੋ ਆਪਣੇ ਟੱਬਰਾਂ ਦੇ ਵਿੱਚ। ਮੈਂ ਕਹਿੰਦਾ ਸਿਆਣੇ ਤੋਂ, ਮੈਂ ਟਕਸਾਲੀਆਂ ਦੀ ਨਹੀਂ ਗੱਲ ਕਰਦਾ, ਮੈਂ ਜਾਗਰੂਕਾਂ ਦੀ ਗੱਲ ਕਰਦਾ। ਆਪਣੇ ਘਰ ਦੀਆਂ ਕਿਸੇ ਟੀਵੀਆਂ ਦੇ ਸਾਹਮਣੇ ਬਹਿ ਕੇ ਆਹ ਪੰਕਤੀਆਂ ਦੇ ਅਰਥ ਕਰਕੇ ਸੁਣਾਇਓ। ਇੱਥੇ ਤਾਂ ਨਹੀਂ ਬੋਲ ਸਕਦੇ ਅਸੀਂ ਉਹ ਪੰਕਤੀ ਨੂੰ ਏਦਾਂ, ਪਰ ਤੁਹਾਡੇ ਟੱਬਰ ਦੇ ਸਾਹਮਣੇ ਆ ਪੰਕਤੀ ਪੜਾਂਗੇ ਤੇ ਤੁਸੀਂ ਇਹਦਾ ਅਰਥ ਮੈਂ ਕਹਿੰਦਾ ਜਿੰਨੇ ਮਰਜ਼ੀ ਸੁਲਝੇ ਕਰ ਲਿਓ। ਹਾਂਜੀ, ਇਹ ਤਾਂ ਸਿੱਧੀ ਸਿੱਧੀ ਪੰਕਤੀ ਆ, ਹਾਥ ਲੰਗੋਟੀ ਰਹਿ ਗਈ ਡਲਾ ਫਸਿਓ ਮਾਹੀ। ਹੁਣ ਇਹਦੇ ਵਿੱਚ ਤਾਂ ਕੋਈ ਏਦਾਂ ਵੀ ਨਹੀਂ ਹੈਗਾ ਵੀ ਕੋਈ ਵੱਡੀ ਵਿਆਕਰਣ ਚਾਹੀਦੀ ਹੋਊਗੀ ਵੀ ਇਹਦੇ ਅਰਥ ਕਰਨੇ ਅਸੀਂ ਏਦਾਂ, ਪਰ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਮੂੰਹੋਂ ਆ ਗੱਲ ਕਵਾਈ ਹੈ। ਬਿਲਕੁਲ ਜੀ। ਹੁਣ ਇਹ ਸਾਡੇ ਤੇ ਨਾ ਰੋਸ ਕਰਿਓ ਇਸ ਗੱਲ ਦਾ ਵੀ ਤੁਸੀਂ ਇਹਨਾਂ ਗੱਲਾਂ ਦੇ ਵਾਦ ਛੇੜਦੇ ਹੋ। ਤੁਸੀਂ ਨਹੀਂ ਭਾਈ, ਇਹ ਗ੍ਰੰਥ ਅਸੀਂ ਨਹੀਂ ਲਿਖਿਆ, ਹਾਂਜੀ ਪਤਾ ਨਹੀਂ ਕਿੱਦਾਂ ਦਾ ਲਿਖਿਆ ਹੋਇਆ ਕਿੱਦਾਂ ਦਾ ਨਹੀਂ ਲਿਖਿਆ ਹੋਇਆ, ਪਰ ਇਸ ਗ੍ਰੰਥ ਨੂੰ ਸਿੱਖਾਂ ਸਿਰ ਮੜਨ ਵਾਲੇ ਜਿੰਨੇ ਟਕਸਾਲੀ ਭਾਗੀਦਾਰ ਆ ਉਹਨੇ ਜਾਗਰੂਕ ਵੀ ਭਾਗੀਦਾਰ ਆ। ਬਿਲਕੁਲ ਜੀ। ਜਿਹੜੀ ਆਪਣੇ ਨਿਤਨੇਮ ਦੇ ਵਿੱਚ ਚੁਪਈ ਪੜ੍ਹੀ ਜਾਂਦੀ ਆ ਉਹ ਇਸੇ ਆ ਜਿਹੜੇ ਪੜ੍ਹ ਰਹੇ ਆ ਚਰਿੱਤਰ ਇਹਨਾਂ ਦਾ ਹੀ ਹਿੱਸਾ ਆ। ਉਹ ਕਿਸੇ ਹਰਾਮਖੋਰ ਨੇ ਬੇਈਮਾਨੀ ਦੇ ਨਾਲ ਉਹਦੇ ਅੱਗੇ ਪਾਤਸ਼ਾਹੀ 10ਵੀਂ ਲਿਖਿਆ, ਕਬਿਓ ਬਾਚ ਬੇਨਤੀ ਚੁੱਪ ਹੋਈ ਪਾਤਸ਼ਾਹੀ 10ਵੀਂ। ਹਾਂਜੀ, ਤੇ ਉਸੇ 10ਵੀਂ ਦੇ ਥੱਲੇ ਪਾਤਸ਼ਾਹੀ ਦੇ ਥੱਲੇ ਆ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਆ। ਯਾਨੀ ਕਿ ਪੜਦਿਆਂ ਨੂੰ ਸੰਗ, ਯਾਨੀ ਕਿ ਏਦਾਂ ਆਸਾ ਨਿਕਲ ਰਿਹਾ ਏਦਾਂ। ਹਾਂਜੀ,
ਵੀ ਕਿੱਦਾਂ ਦੀਆਂ ਕਹਾਣੀਆਂ ਯਾਰ ਜਿਹੜੀਆਂ ਗੁਰੂ ਦੇ ਨਾਮ ਦੇ ਉੱਤੇ ਮੜੀਆਂ ਜਾ ਰਹੀਆਂ ਸਾਡੇ ਤੇ ਇਦਾਂ। ਔਰ ਆਪਣੇ ਜਿਹੜੇ ਬੱਸ ਸਟੈਂਡਾਂ ਤੇ ਨਹੀਂ ਕੋਈ ਇਦਾਂ ਦੇ ਚੀਪ ਜੇ ਜਿਹੜੇ ਉਹ ਮਿਲਦੇ ਹੁੰਦੇ ਆ ਨਾ ਰਸਾਲੇ, ਉਹਨਾਂ ਚ ਇਦਾਂ ਦੀਆਂ ਗੱਲਾਂ ਲਿਖੀਆਂ। ਮਤਲਬ ਨਾ ਜਿਹੜੇ ਜਿੱਦਾਂ ਉਹ ਜਿਹੜਾ ਮਕਸਦ ਅਸਲ ਦੇ ਵਿੱਚ ਨਾ ਆ ਜਿਹੜੀਆਂ ਜਿੰਨੀਆਂ ਕਹਾਣੀਆਂ ਆ ਜਿਹੜੇ ਮਕਸਦ ਦੇ ਉਹ ਰਸਾਲੇ ਹੁੰਦੇ ਆ ਉਸੇ ਮਕਸਦ ਨਾਲ ਲਿਖੀਆਂ ਗਈਆਂ, ਕਿਉਂਕਿ ਰਾਜਿਆਂ ਦੇ ਰਾਣੀਆਂ ਬਹੁਤ ਆ। ਮੰਨਿਆ ਜਾਂਦਾ ਸੀਗਾ ਵੀ ਉਦਾਂ ਕਰਕੇ ਉਹਨਾਂ ਦੀ ਮਾਲਸਾਂ ਕਰਨੇ, ਉਹਨਾਂ ਨੂੰ ਉਤੇਜਨਾ ਪੈਦਾ ਕਰਨ ਖਾਤਰ ਉਹਨਾਂ ਨੂੰ ਇਦਾਂ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ। ਨਹੀਂ ਤਾਂ ਇਹਨਾਂ ਕਹਾਣੀਆਂ ਦਾ ਮਤਲਬ ਨਾ, ਮੈਂ ਤਾਂ ਇੱਕ ਗੱਲ ਏਦਾਂ, ਸਾਡੇ ਵੀ ਰਿਸ਼ਤੇਦਾਰੀ ਚੋਂ ਬੰਦਾ ਕੋਈ ਜਿੱਦਣ ਲੱਗਿਆ, ਕਹਿੰਦਾ ਵੀ ਏਦਾਂ ਦੱਸਿਆ ਗਿਆ ਲੋਕਾਂ ਦੇ ਬਾਰੇ। ਹੁਣ ਕਿਸੇ ਬਾਰੇ ਮਤਲਬ ਤੁਸੀਂ ਕਿਸੇ ਬੰਦੇ ਬਾਰੇ ਕੋਈ ਦੱਸਣੀ ਹੈ ਕਿਸੇ ਨੂੰ ਗੱਲ, ਮਤਲਬ ਤੁਸੀਂ ਆ ਕੇ ਆਪਣੇ ਕਿਸੇ ਦੋਸਤ ਨੂੰ ਦੱਸਣ ਲੱਗੇ ਹੋ ਵੀ ਭਰਾਵਾ ਤੇਰੀ ਜਨਾਨੀ ਕੈਰੈਕਟਰਲੈਸ ਆ, ਤੁਸੀਂ ਇੰਨਾ ਕਹਿ ਦੋਗੇ ਅਗਲੇ ਦੀ ਗੱਲ ਸਮਝ ਦੇ ਵਿੱਚ ਆ ਗਈ, ਜਾਂ ਤੁਸੀਂ ਸਾਰਾ ਸਿਨਾਰੀਓ ਬਣਾ ਕੇ ਚੰਗੀ ਤਰ੍ਹਾਂ ਰੂਮ ਦੇ ਅੰਦਰ ਕੀ ਕੀ ਹੋਇਆ ਡਿਸਕ੍ਰਾਈਬ ਕਰੋਗੇ ਉਹਦੇ ਅੱਗੇ, ਕੱਲਾ ਐਕਸ਼ਨ ਦੱਸੋਗੇ ਤੁਸੀਂ। ਹੁਣ ਕਿਸੇ ਦੀ ਮਤਲਬ ਤੁਸੀਂ ਕਿ ਮੇਰੀ ਜਾ ਕੇ ਸ਼ਿਕਾਇਤ ਲਾਉਣੀ ਹੈ ਏਦਾਂ, ਤੁਸੀਂ ਕਹਿਣਾ ਵੀ ਇਹ ਬੰਦਾ ਵੈਸ਼ਿਆ ਕੋਲੇ ਜਾਂਦਾ ਆ, ਇਹ ਬੰਦਾ ਫਲਾਣੇ ਥਾਂ ਦੇ ਉੱਤੇ ਜਿਹੜਾ ਜਿਹਨੂੰ ਕੋਠਾ ਕਿਹਾ ਜਾਂਦਾ ਏਦਾਂ, ਇੱਥੇ ਕੋਈ ਹੋਰ ਸ਼ਬਦ ਹੋਣਾ ਆ ਵੀ ਇਹਨੂੰ ਮੈਂ ਉੱਥੇ ਵੜਦੇ ਦੇਖਿਆ ਆ, ਵੀ ਇਹ ਬੰਦਾ ਉੱਥੇ ਜਾਂਦਾ। ਇੰਨੀ ਗੱਲ ਕਹਿਣ ਦੇ ਨਾਲ ਸਮਝ ਦੇ ਵਿੱਚ ਆਈ ਕਿ ਨਹੀਂ ਆਈ? ਹੁਣ ਉੱਥੇ ਜਾ ਕੇ ਬੰਦਾ ਕਮਰੇ ਦੇ ਅੰਦਰ ਕੀ ਹੋਇਆ ਉਹ ਡਿਸਕ੍ਰਾਈਬ ਕਰੂਗਾ ਕੋਈ ਏਦਾਂ? ਮੈਂ ਕਹਿੰਦਾ ਕਿਹੜਾ ਮਤਲਬ ਨਾ, ਜਦੋਂ ਕਿਸੇ ਦੀ ਵੀ ਸ਼ਿਕਾਇਤ ਲਾਉਣੀ ਹੋਵੇ ਤੁਸੀਂ ਏਦਾਂ ਇੰਨੀ ਗੱਲ ਦੱਸਣ ਦੇ ਨਾਲ ਵੀ ਗੱਲ ਕਲੀਅਰ ਹੁੰਦੀ ਹੈ ਭਾਈ, ਵੀ ਮੈਂ ਜੇ ਤੁਸੀਂ ਕਿਸੇ ਦੀ ਕਰਤੂਤ ਦੱਸਣੀ ਹੈ ਭਾਈ ਇਹਦੇ ਬਾਹਰ ਸੰਬੰਧ ਆ, ਭਾਈ ਇਹ ਬੰਦਾ ਬਾਹਰ ਗਲਤ ਕੰਮ ਕਰ ਰਿਹਾ ਆ, ਆਹ ਜਨਾਨੀ ਬਾਹਰ ਗਲਤ ਕੰਮ ਕਰ ਰਹੀ ਆ, ਪਰ ਏਦਾਂ ਡਿਸਕ੍ਰਾਈਬ ਕਰਦਾ ਯਾਰ ਕੋਈ ਏਦਾਂ ਜਿਹੜੇ ਤਰੀਕੇ ਨਾਲ ਏਦਾਂ ਵੀ ਏਦਾਂ ਮਤਲਬ ਦੁਬਾਰੇ ਗੱਲ ਕਰਦਿਆਂ ਨੂੰ ਵੀ ਸੰਗ ਆਉਂਦੀ ਏਦਾਂ ਐਂਡ ਤੱਕ ਜਾ ਕੇ। ਏਦਾਂ ਹੁਣ ਕੋਈ ਬੰਦਾ ਸ਼ਿਕਾਇਤ ਲਾਉਣ ਲੱਗਾ, ਇਹ ਥੋੜੀ ਬਸ ਇੰਨਾ ਕਹਿ ਕੇ ਗੱਲ ਬਣਦੀ ਹੈ ਵੀ ਇਸ ਬੰਦੇ ਦੇ ਜਾਂ ਇਸ ਜਨਾਨੀ ਦੇ ਬਾਹਰ ਕਿਸੇ ਨਾਲ ਸੰਬੰਧ ਆ। ਕੋਈ ਅੱਜ ਤੱਕ ਮੈਂ ਨਹੀਂ ਦੇਖਿਆ ਕੋਈ ਵੀ ਬੰਦਾ ਇਸ ਗੱਲ ਨੂੰ ਏਦਾਂ ਡਿਸਕ੍ਰਾਈਬ ਕਰੂਗਾ ਵੀ ਸੰਬੰਧ ਹੈ ਕਿੱਦਾਂ ਸੰਬੰਧ ਬਣਾਏ ਇਹਨਾਂ ਨੇ ਏਦਾਂ। ਯਾਨੀ ਕਿ ਅੱਗੇ ਜਿਹੜੇ ਹੋਰ ਵੀ ਚਰਿੱਤਰ ਹੈ ਨਾ, ਯਾਨੀ ਕਿ ਉਹ ਪੂਰੀ ਸ਼ਰਮ ਲਾ ਕੇ ਏਦਾਂ, ਇਹ ਤਾਂ ਜਿੱਦਾਂ ਦੱਸਿਆ ਸੀ ਵੀ ਪਿਛਲੇ ਨਾਲੋਂ 10 ਡਿਗਰੀ ਜ਼ਿਆਦਾ ਆ, ਪਰ ਜਿਹੜੇ ਉਹਦਾ ਨਹੀਂ ਤਾਂ ਉਸ ਤਰ੍ਹਾਂ ਮੰਗਵਾਈ ਤੇ ਸਾਰਾ ਕੁਝ ਜਿਹੜੇ ਉਹ ਤਾਂ ਕਹਿਣ ਚ ਵੀ ਯਾਰ ਬੁਰਾ ਹਾਲ ਆ, ਯਾਨੀ ਕਿ ਉਹਨਾਂ ਦਾ। ਗਾਹਾਂ ਤੋਂ ਜਾਂ ਤਾਂ ਆਪਣਾ ਭਾਜੀ ਨਾਲ ਗੱਲ ਕਰਕੇ ਏਦਾਂ ਕਰਿਆ ਕਰਨਾ ਵੀ ਏਦਾਂ ਚਰਿੱਤਰ ਸਿੱਧਾ ਆ ਕੇ ਏਦਾਂ ਪੜ੍ਹ ਦਿਆ ਕਰਨਾ ਵੀ ਮੁੜ ਕੇ ਏਦਾਂ ਬਾਰੀ ਰੋਕਣ ਦੇ ਨਾਲੋਂ ਏਦਾਂ ਇੱਕ ਵਾਰੀ ਨੀਵੀਂ ਪਾਈ ਆ ਸਾਡੀ, ਏਦਾਂ ਸਾਨੂੰ ਨੀ ਪਤਾ ਕੋਈ ਸਾਨੂੰ ਦੇਖ ਰਿਹਾ ਆ, ਏਦਾਂ ਜਾ ਕੇ ਸਿੱਧਾ ਪੜ੍ਹ ਦਈਏ ਏਦਾਂ, ਤੇ ਪੜ੍ਹ ਕੇ ਆਪਣਾ ਚੈਨਲ ਹੈਗਾ ਆ ਉਹਦੇ ਉੱਤੇ ਪਾ ਦਈਏ ਏਦਾਂ ਚੈਨਲ ਦੇ ਉੱਤੇ, ਵੀ ਜਿਹਨੂੰ ਕੋਈ ਹੋਵੇ ਏਦਾਂ ਉਹਨੂੰ ਦੱਸ ਦਈਏ ਭਾਈ ਵੀ ਫਲਾਨਾ ਚਰਿੱਤਰ, ਕਿਉਂਕਿ ਪੜ੍ਹਨ ਦੇ ਵਿੱਚ ਏਦਾਂ ਮਤਲਬ ਹੁਣ ਜਿੱਦਾਂ ਅਸੀਂ ਸਾਨੂੰ ਘੰਟਾ ਲੱਗ ਗਿਆ ਏਦਾਂ, ਹੁਣ ਬੰਦੇ ਨੂੰ ਗੱਲ ਹੋ ਜਾਂਦੀ ਹੈ ਏਦਾਂ। ਵੈਸੇ ਹੀ ਪੜ੍ਹਨ ਚ ਏਦਾਂ ਹਰੇਕ ਬੰਦਾ ਇੰਟਰਸਟ ਨਹੀਂ ਹੁੰਦਾ ਵੀ ਕੋਈ ਬੰਦਾ ਲਿਆਵੇ 10 ਗ੍ਰੰਥ ਏਦਾਂ ਤੇ ਬਾਅਦ ਦੇ ਵਿੱਚ ਪੜ੍ਹੇ, ਹਾਂ ਇੱਕ ਕਿਸੇ ਦਾ ਫੋਲਡਰ ਦੇ ਥੱਲੇ ਇਹ ਸਾਰੇ ਚਰਿੱਤਰ ਪਏ ਆ ਏਦਾਂ। ਹੁਣ ਅਸੀਂ ਪੜ੍ਹਨ ਤਾਂ ਲੱਗ ਜਾਈਦੇ ਆ, ਜਦੋਂ ਪੜ੍ਹਨ ਲੱਗੀਦਾ ਤਾਂ ਇੱਕ ਚਰਿੱਤਰ ਇੱਕ ਦਿਨ ਚ ਪੂਰਾ ਮਸਾਂ ਹੁੰਦਾ ਆ, ਤੇ ਉਹਦੇ ਥਾਂ ਦੇ ਉੱਤੇ ਤਾਂ 365 ਚਰਿੱਤਰ ਭਾਵੇਂ ਮੈਂ ਕਹਿਣਾ ਵੀ 2 ਦਿਨਾਂ ਚ ਹੀ ਪੜ੍ਹ ਕੇ ਅਸੀਂ ਏਦਾਂ ਰੋਜ਼ ਇੱਕ ਏਦਾਂ ਅਪਡੇਟ ਕਰ ਦਈਏ, ਇੱਕ ਦੋ ਰੋਜ਼ ਅਪਡੇਟ ਹੋਣ, ਜਿਹਦੇ ਨਾਲ ਅਸਲ ਦੇ ਵਿੱਚ ਇਹਨਾਂ ਉੱਤੇ ਏਦਾਂ ਮਗਜਮਾਈ ਕਰਨ ਦੀ ਲੋੜ ਨਹੀਂ ਵੀ ਇਹਦੇ ਬਾਰੇ ਅਸੀਂ ਲੋਕਾਂ ਨੂੰ ਚੰਗੀ ਤਰ੍ਹਾਂ ਕੁਝ ਸਮਝਾਉਣਾ ਆ। ਸਿਰਫ ਜਿਹੜਾ ਬੰਦਾ ਕਾਮਨ ਸੈਂਸ ਰੱਖਦਾ ਨਾ ਉਹਦੇ ਦਿਮਾਗ ਦੇ ਵਿੱਚ ਆ ਜਾਣੀ ਵੀ ਨਹੀਂ ਭਾਈ, ਜਿਹੜੇ ਗੁਰੂ ਦੀ ਵਡਿਆਈ ਮੈਂ ਇਹ ਸੁਣਦਾ ਆ ਨਾ ਵੀ ਇੱਕ ਈਨ ਨਹੀਂ ਮੰਨੀ, ਜਿਹੜੇ ਨੇ ਆਪਣੇ ਦਾ ਪੁੱਤਰਾਂ ਦੇ ਉੱਤੇ ਕਫਨ ਨਹੀਂ ਪਾਇਆ ਏਦਾਂ, ਜਿਹਦੀ ਮਾਂ ਏਦਾਂ ਬੁਰਜ ਤੋਂ ਧੱਕਾ ਮਾਰ ਕੇ ਸ਼ਹੀਦ ਕਰ ਦਿੱਤੀ, ਜਿਹਦੇ ਪਿਓ ਦਾ ਗਾਲ ਦਿੱਲੀ ਚ ਵੱਢਿਆ ਗਿਆ, ਉਹ ਇਹ ਬੰਦਾ ਏਦਾਂ ਦੀ ਗੱਲ ਨਹੀਂ ਲਿਖ ਸਕਦਾ ਜੀ। ਉਹਦੇ ਬਾਰੇ ਮੈਂ ਏਦਾਂ ਦੀ ਗੱਲ ਕਿੱਦਾਂ ਬਰਦਾਸ਼ਤ ਕਰ ਸਕਦਾ? ਮੈਂ ਉਹੀ ਗੱਲ ਕਹਿਣ ਲੱਗਾ ਸੀ ਨਾ, ਜਿੱਦਾਂ ਕੋਈ ਕਹਾਣੀ ਕੋਈ ਆਥਰ ਲਿਖਦਾ ਆ ਜਿਹੜਾ, ਉਹ ਉਹੀ ਚੀਜ਼ ਲਿਖੂ ਜਿਹੜੀ ਉਹਦੇ ਨਾਲ ਬੀਤੀ ਹੋਵੇ ਜਾਂ ਉਹਨੇ ਵਿਟਨੈਸ ਕੀਤੀ ਹੋਵੇ ਹਨਾ, ਜਾਂ ਉਹਦੇ ਦਿਮਾਗ ਵਿੱਚ ਹੋਵੇ, ਤਾਂ ਫਿਰ ਮਤਲਬ ਤੁਸੀਂ ਇਹਨੂੰ ਕਿਵੇਂ ਜੋੜ ਸਕਦੇ ਆ? ਹੁਣ ਜਿੱਦਾਂ ਬਾਈ ਨੇ ਗੱਲ ਕੀਤੀ ਆ, ਹੁਣ ਜਿਹੜੇ ਬੰਦੇ ਨਾ ਤਾਂ ਫਿਲਮਾਂ ਦੇ ਵਿੱਚ ਕਹਾਣੀ ਲਿਖਦੇ ਆ, ਉਹ ਜਦੋਂ ਕਹਾਣੀ ਉਹਨਾਂ ਨੇ ਕੋਈ ਲਿਖੀ ਏਦਾਂ, ਬਾਅਦ ਚ ਏਦਾਂ ਇੰਟਰਵਿਊ ਹੁੰਦੀ ਆ, ਕਹਿੰਦੇ ਤੁਹਾਨੂੰ ਕਿੱਥੋਂ ਹੋਈ, ਉਹ ਕੋਈ ਨਾ ਕੋਈ ਇਨਸੀਡੈਂਟ ਦੱਸਦੇ ਆ। ਪਿੱਛੇ ਜੇ ਇੱਕ ਮੂਵੀ ਆਈ ਸੀਗੀ ਆਪਣੇ ਰਾਣਾ ਰਣਵੀਰ ਨੇ ਲਿਖੀ ਸੀ ਉਹ ਮੂਵੀ ਦਾ, ਆਪਣੇ ਉਹ ਚ ਇਹ ਸੀਗਾ ਆਪਣੇ ਘੁੱਗੀ ਸੀਗਾ, ਤੇ ਜਿਹ ਚ ਏਦਾਂ ਦਿਖਾਇਆ ਹੁੰਦਾ ਵੀ ਗਿੱਪੀ ਗਰੇਵਾਲ ਮਰ ਜਾਂਦਾ ਹੁੰਦਾ, ਕੁਛ ਏਦਾਂ ਦੇ ਕਰਕੇ ਕਹਾਣੀ ਸੀਗੀ, ਚਲੋ ਨਾਮ ਨੀ ਚੇਤੇ ਆ ਰਿਹਾ, ਉਹ ਚ ਉਹਦਾ ਨਾਮ ਗੁਰਮੁਖ ਲਿਖਿਆ, ਇਹਦਾ ਉਸ ਫਿਲਮ ਦੇ ਵਿੱਚ ਨਾਮ ਗੁਰਮੁਖ ਹੁੰਦਾ, ਆਪਣੇ ਅਰਦਾਸ ਮੂਵੀ ਹੈ। ਹੁਣ ਉਹਦੇ ਨਾ ਡਾਇਲੋਗ ਨੂੰ ਪੁੱਛਦੇ ਆ ਰਾਣੇ ਰਣਵੀਰ ਨੂੰ ਵੀ ਤੇਰੇ ਚ ਦਿਮਾਗ ਚ ਆਈਡੀਆ ਕਿੱਦਾਂ ਆਈ, ਤੂੰ ਤਾਂ ਨਾ ਗੁਰਮੁਖ ਰੱਖਿਆ, ਕਹਿੰਦਾ ਮੈਨੂੰ ਫਲਾਣੇ ਥਾਂ ਤੇ ਇੱਕ ਰੇਹੜੀ ਵਾਲਾ ਬੰਦਾ ਮਿਲਿਆ ਸੀ, ਠੀਕ ਹੈ ਜੀ, ਤੇ ਉਹ ਬੰਦਾ ਮੈਨੂੰ ਆਹ ਕਰੈਕਟਰ ਵਾਲਾ ਲੱਗਿਆ, ਤੇ ਮੈਨੂੰ ਲੱਗਿਆ ਵੀ ਆਹ ਕਰੈਕਟਰ ਮੈਂ ਤਾਂ ਘੁੱਗੀ ਨੂੰ ਇਸ ਕਰੈਕਟਰ ਚ ਪਾ ਲਿਆ, ਮਤਲਬ ਕਿਤੇ ਨਾ ਕਿਤੇ ਦੇਖੀ ਉਹਦੇ ਦਿਮਾਗ ਚ ਸੀਗੀ, ਉਸ ਗੱਲ ਤੋਂ ਇਨਸਪਾਇਰ ਹੋਇਆ, ਅਗਲੇ ਨੇ ਕਹਾਣੀ ਲਿਖਤੀ। ਕਿਸੇ ਵੀ ਫਿਲਮ ਦੀ ਕਹਾਣੀ ਲਿਖਣ ਵਾਲਾ ਬੰਦਾ ਜਦੋਂ ਉਹਦੀ ਦੱਸਦਾ ਨਾ ਵੀ ਉਹਨੂੰ ਪੁੱਛਦੇ ਆ ਵੀ ਤੈਨੂੰ ਕਹਾਣੀ ਕਿੱਦਾਂ ਆਈ, ਜਾਂ ਤਾਂ ਉਹਦੇ ਨਾਲ ਬੀਤੀ ਹੁੰਦੀ ਆ, ਜਾਂ ਉਹਦੇ ਦਿਮਾਗ ਦੇ ਵਿੱਚ
ਵਿੱਚ ਇਮੇਜਿਨ ਕੀਤੀ ਇਦਾਂ ਤੇ ਜਾਂ ਉਹਦੇ ਆਸੇ-ਪਾਸੇ ਵਾਪਰੀ ਇਦਾਂ ਕਹਾਣੀ। ਹੁਣ ਤੁਸੀਂ ਇਹ ਸੋਚ ਕੇ ਦੇਖੋ ਵੀ ਆਹ ਕਹਾਣੀ ਜਿਹੜੀ ਆ ਦੱਸੀ ਜਾ ਰਹੀ ਹੈ ਇਦਾਂ, ਸ਼ਿਵ ਜੀ ਏਦਾਂ ਵਰ ਦੇ ਕੇ ਗਿਆ ਰਾਜੇ ਦੇ ਮੁੰਡੇ ਨੂੰ ਵੀ ਉਹ ਚੁੰਬੜ ਜਾਲਾ ਤੇ ਮੁੜ ਕੇ ਉਹ ਆਹ ਬੰਦਾ ਹਰਕਤਾਂ ਕਰ ਰਿਹਾ ਆ। ਇਹ ਕਹਾਣੀ ਗੁਰੂ ਗੋਬਿੰਦ ਸਿੰਘ ਨੇ ਆਸੇ-ਪਾਸੇ ਦੇਖੀ, ਉਹਦੇ ਦਿਮਾਗ ਦੇ ਵਿੱਚ ਆਈ, ਜਾਂ ਉਹ ਵਿਟਨੈਸ ਹੋਇਆ ਇਸ ਗੱਲ ਦਾ ਇਦਾਂ, ਜਾਂ ਉਹਨੇ ਆਪ ਇਦਾਂ ਦਾ ਕੁਝ ਕੀਤਾ ਇਦਾਂ, ਉਹਦੇ ਆਪ ਦੇ ਨਾਲ ਇਦਾਂ ਵਾਪਰੀ। ਮੰਨ ਸਕਦੇ ਹਾਂ ਅਸੀਂ ਇਸ ਗੱਲ ਨੂੰ ਇਦਾਂ। ਤੁਸੀਂ ਪਿੱਟ ਸਿਆਪਾ ਮੁੜ ਕੇ ਇਸ ਗੱਲ ਤੇ ਪਾ ਲੈਣਾ ਇਦਾਂ ਵੀ ਇਹ ਬੰਦੇ ਗੁਰੂ ਦੀ ਨਿੰਦਿਆ ਕਰਦੇ ਆ, ਇਹ ਬੰਦੇ ਗੁਰੂ ਨੂੰ ਮਾੜਾ ਕਹਿੰਦੇ ਆ। ਜੇ ਕੋਈ ਸਾਡੀ ਅਸੀਂ ਆ ਵਿਆਖਿਆ ਕਰ ਰਹੇ ਹਾਂ, ਇਹਦੇ ਵਿੱਚੋਂ 5 ਸੈਕਿੰਡ ਦਾ ਕਲਿੱਪ ਕੱਟ ਕੇ ਕਹਿ ਦੇਣ ਵੀ ਇਹ ਬੰਦੇ ਕਹਿੰਦੇ ਜੀ ਗੁਰੂ ਪਾਤਸ਼ਾਹ ਦੇ ਨੇ ਇਦਾਂ ਦੇ ਕੰਮ ਕੀਤੇ ਆ। ਨਹੀਂ ਭਾਈ, ਤੁਹਾਡੇ ਗ੍ਰੰਥ ਕਹਿ ਰਹੇ ਆ ਇਹ ਗੱਲਾਂ ਇਦਾਂ। ਤੁਸੀਂ ਆਪ ਸੋਚ ਕੇ ਦੇਖੋ ਵੀ ਇੰਨੀ ਘਟੀਆ ਦਰਜੇ ਦੀ ਇੱਕ ਪਾਸੇ ਤੁਸੀਂ ਗੁਰਬਾਣੀ ਨੂੰ ਰੱਖ ਕੇ ਬੈਠੇ, ਦੂਜੇ ਪਾਸੇ ਆ 10ਮ ਗ੍ਰੰਥ ਉਹਦੇ ਨਾਲ ਪ੍ਰਕਾਸ਼ ਕਰਕੇ ਬੈਠੇ ਆ। ਮੈਂ ਕਹਿਣਾ ਵੀ ਠੀਕ ਹੈ, ਸਾਨੂੰ ਤੁਸੀਂ ਚੁੱਪ ਕਰਾ ਦੋਗੇ ਇਦਾਂ, ਤੁਸੀਂ ਕਹਿੰਦੇ ਵੀ ਤੁਸੀਂ ਸਿੱਖ ਹੋ ਯਾਰ, ਵੀ ਤੁਸੀਂ ਇਹਦੇ ਬਾਰੇ ਕਿਉਂ ਬਾਹਰ ਇਦਾਂ ਗੱਲਾਂ ਬਾਤਾਂ ਕਰਦੇ ਹੋ। ਪਰ ਜਿੱਦਣ ਸਾਡਾ ਵਿਰੋਧੀ ਧਿਰ ਨੇ ਆ ਕੇ ਤੇ ਫਿਲਮਾਂ ਬਣਾਉਣੀਆਂ, ਇੱਕ ਚਰਿੱਤਰ ਦੀ ਤਾਂ ਉਹ 17ਵੇਂ ਚਰਿੱਤਰ ਦੀ ਫਿਲਮ YouTube ਤੇ ਬਣੀ ਪਈ ਬਣ ਚੁੱਕੀ ਆ ਜੀ। ਉਹਦੇ ਤੇ ਇੰਨਾ ਸ਼ੁਕਰ ਕਰੀਏ ਵੀ ਉਹਨਾਂ ਬੰਦਿਆਂ ਨੇ ਹਜੇ ਤੱਕ ਇਹ ਨਹੀਂ ਲਿਖਿਆ ਵੀ ਮਤਲਬ ਜਿੱਦਾਂ ਉਹਦੇ ਉੱਤੇ ਕਹਾਣੀਕਾਰ ਦਾ ਨਾਮ ਨਹੀਂ ਹੁੰਦਾ ਵੀ ਇਦਾਂ ਲਿਖਿਆ ਹੋਣ ਲੱਗ ਜੇ ਵੀ ਰਿਟਨ ਬਾਈ ਸ੍ਰੀ ਗੁਰੂ ਗੋਬਿੰਦ ਸਿੰਘ। ਜਿੱਦਣ ਅਗਲਿਆਂ ਨੇ ਉਸ ਨਾਮ ਦੇ ਥੱਲੇ ਪਾਤੀਆਂ ਇਦਾਂ ਗੱਲਾਂ, ਅਗਲਿਆਂ ਨੇ ਕਹਿਣਾ, ਤੁਸੀਂ ਕਹਿਣਾ ਵੀ ਇਹਨਾਂ ਨੇ ਸਾਰੀਆਂ ਭਾਵਨਾ ਭੜਕਾਈਆਂ ਹੈ, ਅਗਲਿਆਂ ਨੇ ਕਹਿਣਾ ਤੁਹਾਡਾ ਗ੍ਰੰਥ ਹੈ ਭਾਈ ਇਦਾਂ, ਤੁਹਾਡਾ ਗ੍ਰੰਥ ਕਹਿ ਰਿਹਾ ਇਹ ਗੱਲ ਇਦਾਂ। ਹਾਂਜੀ, ਪਰ ਛੱਡ ਜੇ ਸਾਡੇ ਬੰਦਿਆਂ ਦੀ ਜ਼ੁਬਾਨ ਵੀ ਇਹਦੇ ਬਾਰੇ ਇੱਕ ਰਤਾ ਵੀ ਮਾੜਾ ਮੋਟਾ ਵੀ ਕੁਝ ਬੋਲ ਲੈਣ ਇਦਾਂ। ਜੇ ਕੋਈ ਬੋਲਦਾ ਆ ਉਹਦੀਆਂ ਲੱਤਾਂ ਖਿੱਚਣ ਨੂੰ ਜ਼ਰੂਰ ਆ ਜਾਣਗੇ ਇਦਾਂ, ਉਹਨੂੰ ਮੱਤਾਂ ਦੇਣ ਵਾਲੇ ਜ਼ਰੂਰ ਆ ਜਾਣਗੇ ਇਦਾਂ। ਪਰ ਨਹੀਂ, ਮਜ਼ਾਲ ਹੈ ਕਿਸੇ ਦੀ ਕੋਈ ਇਸ ਬਾਰੇ ਬੋਲ ਪਵੇ ਇਦਾਂ, ਗੱਲ ਫਿਰ ਉੱਥੇ ਆਉਂਦੀ ਨਾ ਜੀ, ਉਹਨਾਂ ਦੀ ਰੋਟੀ ਦੇ ਲੱਤ ਵੱਜਦੀ ਆ ਬਸ। ਹਾਂਜੀ, ਅੱਗੇ ਪੜ੍ਹੋ। ਓਕੇ, ਉਸ ਦੇ ਪੈਰ ਝਾੜੀ ਵਿੱਚ, ਯਾਨੀ ਜਿਹੜਾ ਵੈਦ ਸੀ ਨਾ, ਹਾਂਜੀ, ਉਸ ਦੇ ਪੈਰ ਝਾੜੀ ਵਿੱਚ ਉਲਝ ਗਏ ਅਤੇ ਉਸ ਨੂੰ ਕੋਈ ਸੁੱਧ ਬੁੱਧ ਨਾ ਰਹੀ। ਸ਼ਾਹ ਦਾ ਪੁੱਤਰ ਘੋੜੀ ਲੈ ਕੇ ਆ ਪਹੁੰਚਿਆ ਅਤੇ ਕਹਿਣ ਲੱਗਿਆ, ਹੇ ਵੇਦ, ਮੈਂ ਕੀ ਕਰਾਂ, ਇਸ ਦੁੱਖ ਦਾ ਕੀ ਉਪਾਅ ਹੈ। ਚੌਪਈ। ਤਦ ਸ਼ਾਹ ਦੇ ਪੁੱਤਰ ਨੇ ਕਿਹਾ, ਹੇ ਵੈਦ, ਮੇਰਾ ਇਲਾਜ ਸੁਣੋ। ਇਲਾਜ ਦੱਸਣ ਲੱਗਾ ਆ, ਵੈਦ ਆ, ਵੈਦ ਯਾਨੀ ਕਿ ਜਿਹੜਾ ਉਹਨੇ ਇਦਾਂ ਕਿਹਾ ਸੀਗਾ ਇਦਾਂ ਵੀ ਚੁੰਬੜ ਜਾ, ਹੁਣ ਉਹ ਤਕਲੀਫ ਦੇ ਵਿੱਚ ਆ। ਹੁਣ ਵੈਦ ਉਹਨੂੰ ਪੁੱਛ ਰਿਹਾ ਸ਼ਾਹ ਦੇ ਮੁੰਡੇ ਨੂੰ, ਇਹਦਾ ਇਲਾਜ ਕੀ ਹੈ ਇਦਾਂ। ਹੁਣ ਉਹ ਕਿੰਨਾ ਮਤਲਬ ਨਾ, ਇਹ ਬੰਦੇ ਜਦੋਂ ਇਦਾਂ ਕਿਸੇ ਦੀ ਤਾਰੀਫ ਕਰਦੇ ਇਦਾਂ, ਕਹਿੰਦੇ ਵੀ ਰੱਬ ਆਪਣੇ ਪਿਆਰਿਆਂ ਤੇ ਖੁਸ਼ ਹੁੰਦਾ ਆ। ਇਹਦੇ ਵਿੱਚ ਸ਼ਿਵ ਜੀ ਰੱਬ ਆ, ਦੇ ਸ਼ਿਵ ਦੇ ਅਰਥੇ ਬੰਦੇ ਰੱਬ ਕਰਦੇ, ਚਲੋ ਅਸੀਂ ਰੱਬ ਹੀ ਮੰਨ ਲਈਏ ਇਦਾਂ ਵੀ ਸ਼ਿਵ ਜੀ ਆ ਜਿਹੜਾ ਇੱਥੇ, ਉਹ ਸ਼ਿਵ ਜੀ ਨਹੀਂ ਹੈਗਾ, ਰੱਬ ਆ। ਹੁਣ ਰੱਬ ਜਿਹੜੇ ਬੰਦੇ ਨੂੰ ਤਾਕਤ ਦੇ ਕੇ ਗਿਆ, ਇਹ ਬੰਦੇ ਕਹਿੰਦੇ ਵੀ ਰੱਬ ਆਪਣੇ ਪਿਆਰਿਆਂ ਦੀ ਨੇੜੇ ਹੋ ਕੇ ਸੁਣਦਾ, ਆਪਣੇ ਭਗਤਾਂ ਨੇ ਰੱਬ ਨੂੰ ਵਸ ਚ ਕਰ ਲਿਆ। ਵੀ ਉਸ ਰੱਬ ਨੂੰ ਇੰਨੀ ਵੀ ਸਮਝ ਨਹੀਂ ਆਈ ਸੀ ਵੀ ਜਿਹੜੇ ਬੰਦੇ ਨੂੰ ਮੈਂ ਤਾਕਤ ਦੇ ਕੇ ਜਾਣ ਲੱਗਿਆ ਆ, ਉਹਨੇ ਕਰਨਾ ਕੀ ਹੈ ਇਹਦੇ ਨਾਲ ਇਦਾਂ। ਹੁਣ ਜਿਹੜਾ ਰੱਬ ਦਾ ਵੀ ਖਾਸ ਪਿਆਰਾ ਹੈ ਨਾ, ਉਹਦੀ ਮਾਨਸਿਕਤਾ ਦੇਖਿਓ ਕਿੱਥੇ ਖੜੀ ਆ। ਉਹਨੂੰ ਜਦੋਂ ਤਾਕਤ ਮਿਲੀ, ਉਹ ਕਰਵਾਉਂਦਾ ਕਿੱਦਾਂ ਆ। ਪਹਿਲਾਂ ਤਾਂ ਵੈਦ ਨੂੰ ਇਲਾਜ ਕਰਨ ਖਾਤਰ ਲੈ ਕੇ ਗਿਆ, ਆ ਕੇ ਉਦਾਂ ਉਹਦੇ ਨਾਲ ਗਲਤ ਕੰਮ ਕੀਤਾ। ਹੁਣ ਦੇਖ ਲਓ ਉਹਨੂੰ ਇਲਾਜ ਦੇ ਨਾਂ ਦੇ ਉੱਤੇ ਵੀ ਕੀ ਕੁਛ ਕਰਨ ਲੱਗਾ ਉਹਦੇ ਨਾਲ। ਹਾਂਜੀ। ਚੌਪਈ। ਤਦ ਸ਼ਾਹ ਦੇ ਪੁੱਤਰ ਨੇ ਕਿਹਾ, ਹੇ ਵੈਦ, ਮੇਰਾ ਇਲਾਜ ਸੁਣੋ। ਮੈਨੂੰ ਵੀ ਇੱਕ ਵਾਰ ਅੱਗੇ ਇਹ ਦੁੱਖ ਹੋਇਆ ਸੀ, ਜੋ ਇਹ ਇਲਾਜ ਕਰਨ ਨਾਲ ਦੂਰ ਹੋ ਗਿਆ ਸੀ। ਇਹ ਕਹਿੰਦਾ ਵੀ ਮੈਨੂੰ ਵੀ ਇਹ ਇਲਾਜ, ਪਹਿਲਾਂ ਸ਼ਾਹ ਦਾ ਮੁੰਡਾ ਕਹਿੰਦਾ ਮੇਰੇ ਨਾਲ ਵਾਪਰ ਚੁੱਕੀ ਹੈ ਇਹ ਗੱਲ ਪਹਿਲਾਂ, ਤੇ ਉਹਦਾ ਜਿਹੜਾ ਮੈਂ ਇਲਾਜ ਕੀਤਾ ਸੀ ਉਹੀ ਇਲਾਜ ਮੈਂ ਤੁਹਾਨੂੰ ਦੱਸਣ ਲੱਗਾ। ਹਾਂਜੀ। ਦੋਹਰਾ। ਇਸ ਘੋੜੀ ਦੀ ਭੱਗ ਵਿੱਚ ਮੈਂ 100 ਵਾਰ ਜੀਭ ਦਿੱਤੀ ਸੀ। ਹੇ ਵੈਦ, ਸੁਣੋ, ਇਸ ਇਲਾਜ ਨਾਲ ਮੇਰਾ ਰੋਗ ਤੁਰੰਤ ਕੱਟ ਗਿਆ ਸੀ। ਘੋੜੀ ਦੀ ਭੱਗ, ਜਿੱਥੋਂ ਮਤਲਬ ਹੁਣ ਮੈਂ ਡਿਸਕ੍ਰਾਈਬ ਕਰਨ ਦੀ ਨਹੀਂ ਜ਼ਰੂਰਤ। ਹਾਂਜੀ, ਪਤਾ ਹੀ ਹੈ, ਠੀਕ ਹੈ, ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਏਦਾਂ। ਕਹਿੰਦਾ ਉੱਥੇ ਮੈਂ 100 ਵਾਰੀ ਜੀਭ ਦਿੱਤੀ ਸੀ ਤਾਂ ਮੇਰਾ ਇਲਾਜ ਹੋਇਆ ਸੀ ਇਹਦੇ ਨਾਲ ਏਦਾਂ। ਗੱਲ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਇਹ ਏਦਾਂ। ਗੁਰੂ ਗੋਬਿੰਦ ਸਿੰਘ ਦੱਸ ਰਿਹਾ ਵੀ ਉਸ ਸ਼ਾਹ ਦਾ ਮੁੰਡੇ ਨੇ ਇਲਾਜ ਆ ਦੱਸਿਆ ਇਸ ਚੀਜ਼ ਦਾ ਏਦਾਂ। ਹਾਂਜੀ। ਚੌਪਈ। ਤਦ ਵੈਦ ਨੇ ਉਹੀ ਕਿਰਿਆ ਕੀਤੀ ਅਤੇ ਘੋੜੀ ਦੀ ਭੱਗ ਵਿੱਚ ਜੀਭ ਧੱਸ ਦਿੱਤੀ। ਸ਼ਾਹ ਦੇ ਪੁੱਤਰ ਨੇ ਕਿਹਾ, ਤੂੰ ਚਿਮਟ ਜਾ, ਅਤੇ ਉਹ ਜੁੜ ਗਈ। ਉਸ ਖੋਤੇ ਵੈਦ ਦੀ ਬਹੁਤ ਹਾਸੀ ਹੋਈ। ਹੁਣ ਇਹਦੇ ਵਿੱਚ ਮੈਨੂੰ ਇੱਕ ਗੱਲ ਦੱਸੋ, ਏਦਾਂ ਉਹ ਵੈਦ ਖੋਤਾ ਕਿੱਦਾਂ ਹੋ ਗਿਆ ਏਦਾਂ? ਹੁਣ ਖੋਤਾ ਤਾਂ ਅਸਲ ਦੇ ਵਿੱਚ ਜੇ ਮਤਲਬ ਰਾਈਟਰ ਨੇ ਲਿਖਣਾ ਆ ਤਾਂ ਖੋਤਾ ਉਹ ਬੰਦੇ ਨੂੰ ਲਿਖਦਾ, ਉਹ ਬੰਦਾ ਖੋਤਾ ਆ ਜੀ। ਵੀ ਯਾਰ ਤੇਰੇ ਕੋਲੇ ਆਹ ਤਾਕਤ ਹੈ ਵੀ ਗਧਿਆ ਤੂੰ ਕੀ ਕਰੀ ਜਾਂਦਾ। ਹੁਣ ਮਤਲਬ ਅਸੀਂ ਕਹਿ ਨਹੀਂ ਦਿੰਦੇ ਵੀ ਕੋਈ ਬੰਦਾ ਗਲਤ ਕੰਮ ਕਰਦਾ ਆ, ਹੁਣ ਉਸ ਨੂੰ ਥੋੜੀ ਕਹੀਦਾ ਜਿਹਦੇ ਨਾਲ ਗਲਤ ਕੰਮ ਕਰ ਰਿਹਾ ਆ, ਕਰਨ ਵਾਲੇ ਨੂੰ ਕਹੀਦਾ ਆ ਗਧਿਆ ਤੂੰ ਆਹ ਕੰਮ ਕੀ ਕਰੀ ਜਾਂਦਾ। ਹੁਣ ਇੱਥੇ ਕਹਿੰਦੇ ਵੀ ਉਹ ਖੋਤੇ ਵੈਦ ਨੂੰ ਗੱਲ ਸਮਝ ਨਹੀਂ ਆਈ ਏਦਾਂ। ਦੱਸੋ।
ਪਹਿਲੀ ਗੱਲ ਤਾਂ ਚਲੋ ਟੈਕਨੀਕਲੀ ਇਹਨਾਂ ਦੇ ਵਿੱਚ ਗਲਤੀਆਂ ਕੱਢਣੀਆਂ ਹੋਣ ਨਾ ਕਿ ਵੈਦ ਨੂੰ ਇੰਨੀ ਵੀ ਸਮਝ ਨਹੀਂ ਹੈਗੀ ਹਾਂਜੀ ਖੁਦ ਵੈਦ ਹੈ ਯਾ ਮੈਂ ਉਹੀ ਗੱਲ ਕਹਿਣ ਲੱਗਾ ਸੀ ਉਹਦੀ ਗੱਲ ਨੂੰ ਮੰਨ ਕੇ ਬੈਠਾ ਇਦਾਂ ਕਿਉਂਕਿ ਕਹਾਣੀ ਹੈ ਇੱਕ ਇਦਾਂ ਹੁਣ ਉਹਦੇ ਵਿੱਚ ਕਿਉਂਕਿ ਜੇ ਅਸੀਂ ਇਸ ਟੈਕਨੀਕਲ ਪੱਖ ਨੂੰ ਪੜਾਂਗੇ ਤਾਂ ਉਹਦੇ ਵਿੱਚ ਇਹ ਹੈ ਵੀ ਇਦਾਂ ਸ਼ਿਵ ਜੀ ਆ ਕੇ ਵਰ ਕਿਦਾਂ ਦੇ ਕੇ ਜਾ ਸਕਦਾ ਹੈ ਰੱਬ ਇਹਦਾ ਵਰ ਕਿਦਾਂ ਦੇ ਸਕਦਾ ਤਾਂ ਉਹ ਆ ਜਿਹੜਾ ਵਰ ਦੇ ਕੇ ਗਿਆ ਫਿਰ ਹਾਂਜੀ ਚਲੋ ਉਸ ਨੂੰ ਨਾਲ ਲੈ ਕੇ ਪਿੰਡ ਵਿੱਚ ਆਇਆ ਅਤੇ ਸਾਰੇ ਪਿੰਡ ਨੂੰ ਨਜ਼ਾਰਾ ਦਿਖਾਇਆ। ਦੱਸੋ ਸ਼ਬਦ ਨਜ਼ਾਰਾ ਵਰਤਿਆ ਉੱਥੇ ਵੀ ਸਾਰੇ ਪਿੰਡ ਨੂੰ ਨਜ਼ਾਰਾ ਦਿਖਾਇਆ ਇਸ ਚੀਜ਼ ਦਾ। ਹੁਣ ਸੀਨ ਆਪਣੇ ਦਿਮਾਗ ਦੇ ਵਿੱਚ ਬਣਾ ਲਿਓ, ਮੈਂ ਏਦਾਂ ਨਹੀਂ ਉਹਨੂੰ ਵੀ ਏਦਾਂ ਕਰਕੇ ਵੀ ਇਹਦਾ ਵਿਆਖਿਆ ਕਰਕੇ ਦੱਸੀਏ ਤੁਹਾਨੂੰ ਏਦਾਂ ਵੀ ਉਹਦਾ ਕੀ ਹੋਇਆ ਹੋਊਗਾ। ਹਾਂਜੀ ਪਿੰਡ ਦੇ ਇੱਕ ਵੈਦ ਨੂੰ ਕਿਹਾ, ਹੇ ਵੈਦ ਇਸ ਦਾ ਕੁਝ ਉਪਚਾਰ ਕਰੋ ਅਤੇ ਇਸ ਦੇ ਪ੍ਰਾਣ ਨਿਕਲਣ ਤੋਂ ਡਰੋ। ਪਿੰਡ ਵਾਸੀਆਂ ਨੇ ਕਿਹਾ, ਦੋਹਰਾ, ਪਿੰਡ ਦੇ ਲੋਕ ਬਹੁਤ ਦੁਖੀ ਹੋ ਗਏ ਅਤੇ ਉਹਨਾਂ ਨੂੰ ਕੋਈ ਉਪਾਅ ਨਾ ਚੱਲਿਆ। ਸ਼ਾਹ ਨੂੰ ਚੱਲਦਾ ਫਿਰਦਾ ਦੇਖ ਕੇ ਉਸ ਦੇ ਸਾਰੇ ਚਰਨੀ ਲੱਗ ਗਏ। ਚੌਪਈ, ਹੁਣ ਚਰਨੀ ਕਿੱਦਾਂ ਲੱਗ ਗਏ ਜਦੋਂ ਤਾਂ ਵੀ ਨਾ ਵੀ ਕਿਉਂਕਿ ਅਸੀਂ ਤਾਂ ਸਾਰੇ ਕੁਛ ਏਦਾਂ ਚੁੰਬੜ ਜਾਂਦੇ ਆ ਪਰ ਇਹਨੂੰ ਕੁਛ ਨਹੀਂ ਹੋ ਰਿਹਾ ਏਦਾਂ। ਅਸਲ ਦੇ ਵਿੱਚ ਜਿਹੜਾ ਉੱਥੇ ਨਾਈ ਦਾ ਮੁੰਡਾ ਬਣ ਕੇ ਵਿਚਰਿਆ ਸੀ ਪਰ ਅਸਲ 'ਚ ਸ਼ਾਹ ਦਾ ਮੁੰਡਾ ਸੀ ਤਾਂ ਉਹਦੇ ਚਰਨੀ ਲੱਗ ਗਏ ਵੀ ਕਹਿੰਦੇ ਸਾਨੂੰ ਤਾਂ ਏਦਾਂ ਕੁਛ ਪਤਾ ਨਹੀਂ ਲੱਗ ਅਸੀਂ ਤਾਂ ਏਦਾਂ ਚੁੰਬੜੇ ਜਾ ਰਹੇ ਏਦਾਂ ਵੀ ਦੂਜਾ ਬੰਦਾ ਏਦਾਂ ਬਿਮਾਰ ਹੋਇਆ ਪਿਆ ਇਹ ਠੀਕ ਫਿਰਦਾ ਏਦਾਂ। ਅਸਲ ਦੇ ਵਿੱਚ ਇਹ 'ਚ ਕੋਈ ਕਰਾਮਾਤ ਹੈ। ਚੌਪਈ, ਹੇ ਨਾਥ ਸਾਡਾ ਕੋਈ ਉਪਾਅ ਕਰੋ ਅਤੇ ਆਪਣਾ ਜਾਣ ਕੇ ਸਾਡੀ ਰੱਖਿਆ ਕਰੋ। ਇਹਨਾਂ ਨੇ ਤੁਹਾਡੀ ਕੋਈ ਗਲਤੀ ਕੀਤੀ ਹੋਵੇਗੀ, ਇਸ ਨੂੰ ਇਸ ਮਹਾ ਰੋਗ ਤੋਂ ਬਚਾ ਲਵੋ। ਸ਼ਾਹ ਦੇ ਪੁੱਤਰ ਨੇ ਕਿਹਾ। ਚੌਪਈ, ਉਸ ਨੇ ਸਾਰੀ ਗੱਲ ਦੱਸ ਦਿੱਤੀ ਅਤੇ ਪਿੰਡ ਦੇ ਸਾਰੇ ਲੋਕਾਂ ਨੇ ਸੁਣ ਲਈ। ਉਸ ਨੂੰ ਦੂਜੀ ਕੰਨਿਆ ਦੇ ਦਿੱਤੀ ਅਤੇ ਮਿਲ ਕੇ ਭਾਂਤ ਦੀ ਉਸਤਤ ਕੀਤੀ। ਉਸ ਨੇ ਸਾਰੇ ਪਿੰਡ ਨੂੰ ਮੁਕਤ ਕਰਕੇ ਉਹਨਾਂ ਨੂੰ ਉਬਾਰਿਆ ਅਤੇ ਨਾਈ ਦੇ ਪੁੱਤਰ ਨੂੰ ਚਿਮਟਿਆ ਹੋਇਆ ਹੀ ਮਾਰ ਦਿੱਤਾ। ਆਪ ਦੂਜਾ ਵਿਆਹ ਕੀਤਾ ਅਤੇ ਫਿਰ ਆਪਣੇ ਨਗਰ ਦਾ ਰਾਹ ਪਕੜਿਆ। ਇੱਥੇ ਸ਼੍ਰੀ ਚਰਿਤ੍ਰੋ ਪਖਿਆਣ ਪੁਰਖ ਚਰਿਤਰ ਦੇ ਮੰਤਰੀ ਭੂਪ ਸੰਵਾਦ ਦੇ 68ਵੇਂ ਚਰਿਤਰ ਦੀ ਸਮਾਪਤੀ। ਸਭ ਸ਼ੁਭ ਹੈ ਚੱਲਦਾ। ਹੁਣ ਬਈ ਜਾਗਰੂਕਾਂ ਨੂੰ ਤੇ ਆ ਜਿਹੜੇ ਮਤਲਬ ਖਾਸ ਕਰਕੇ ਜਿਹੜੇ ਗੌਲਡੀ ਬਲਰਾਜ ਵਰਗੇ ਜਿਹੜੇ ਉਹਨਾਂ ਦੇ ਏਦਾਂ ਗਾਂਹ ਦੇ ਬਣ ਕੇ ਏਦਾਂ ਪ੍ਰੋਗਰਾਮ ਕਰਦੇ ਉਹਨਾਂ ਨੂੰ ਕਹੋ ਜਿੱਦਣ ਇਹ ਪ੍ਰਚਾਰਕ ਤੁਹਾਡੇ ਪ੍ਰੋਗਰਾਮਾਂ ਦੇ ਵਿੱਚ ਆਉਣ ਉਹਨਾਂ ਨੂੰ ਆ ਪੁੱਛਿਓ ਏਦਾਂ। ਹੁਣ ਆਹ ਕਹਾਣੀ ਦੇ ਵਿੱਚੋਂ ਤਾਂ ਮੈਨੂੰ ਤਾਂ ਕੋਈ ਏਦਾਂ ਵੀ ਨਹੀਂ ਨਾ ਜਿੱਦਾਂ ਪਿਛਲੇ ਚਰਿੱਤਰਾਂ ਦੇ ਵਿੱਚ ਤਾਂ ਕਹਿ ਦਿੰਦੇ ਸੀ ਵੀ ਫਲਾਨੀ ਸਿੱਖਿਆ, ਇਹਦੇ ਵਿੱਚੋਂ ਕੀ ਦੱਸਣ ਇਹ ਬੰਦੇ ਕਿਹੜੀ ਸਿੱਖਿਆ ਚੱਜ ਦੀ ਹੈ।